ਹੈਲੋ एवरीवन ਗਿਲਸ ਮੈਂਟੋਰ ਦੇ ਆਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟ ਦਾ ਲੈਕਚਰ 11ਵਾਂ ਦੇਖਣ ਲੱਗੇ ਹਾਂ। ਅੱਜ ਅਸੀਂ MCQs ਦੀ MCQs ਦੀ ਪ੍ਰੈਕਟਿਸ ਕਰਾਂਗੇ। ਪਿਛਲੇ ਲੈਕਚਰ ਵਿੱਚ ਤੁਹਾਨੂੰ ਮੈਂ ਡੈਪਰੀਸ਼ੀਏਸ਼ਨ ਟੌਪਿਕ ਪੜ੍ਹਾਇਆ ਸੀ, ਉਸ ਦੇ ਉੱਪਰ ਵੀ MCQs ਦੀ ਅੱਜ ਪ੍ਰੈਕਟਿਸ ਕਰਾਂਗੇ। ਕੁਛ ਜਿਹੜੇ ਤੁਹਾਨੂੰ ਪਿਛਲੇ ਟੌਪਿਕ ਕਰਾਏ ਆ ਮੈंने ਹੁਣ ਤੱਕ, ਉਸ ਦੀ ਜਿਹੜੇ ਰਿਵੀਜ਼ਨ ਦੇ ਵੀ ਪ੍ਰੈਕਟਿਸ ਕਰਾਂਗੇ ਆਪਾਂ। ਅੱਜ ਅਸੀਂ ਪ੍ਰੈਕਟਿਸ ਕਰਾਂਗੇ, ਅੱਜ ਕੋਈ ਟੈਸਟ ਨਹੀਂ ਹੈ, ਸਿਰਫ ਪ੍ਰੈਕਟਿਸ ਹੈ। ਤੁਸੀਂ ਮੇਰੇ ਨਾਲ ਨਾਲ ਸਮਝਦੇ ਜਾਣਾ। ਜਿਹੜਾ ਤੁਹਾਨੂੰ ਕੁਐਸਚਨ ਆਉਂਦਾ ਉਹ ਅੱਛੀ ਗੱਲ ਹੈ, ਜਿਹੜਾ ਨਹੀਂ ਆਉਂਦਾ ਉਹ ਮੈਂ ਤੁਹਾਨੂੰ ਸਮਝਾਈ ਜਾਵਾਂਗਾ, ਠੀਕ ਹੈ। ਮੈਂ ਨਾਲ MCQs ਟੌਪਿਕਸ ਇਹਨਾਂ ਨੂੰ ਪੈਰਲ ਵਿੱਚ ਕਿਉਂ ਲੈ ਕੇ ਚੱਲ ਰਿਹਾ, ਇਸ ਲਈ ਲੈ ਕੇ ਚੱਲ ਰਿਹਾ ਤਾਂ ਕਿ ਤੁਹਾਡੇ ਅਕਾਊਂਟਸ ਪਰ ਪਕੜ ਮਜ਼ਬੂਤ ਹੋ ਜਾਵੇ। ਜਿਹੜੀ ਨੋਨ ਕਾਮਰਸ ਸਟੂਡੈਂਟ ਆ ਉਹ ਹੋਰ ਅੱਛੀ ਤਰ੍ਹਾਂ ਸਮਝ ਸਕਣ। ਜੇ ਉਹ MCQs ਦੇ ਨਾਲ ਪ੍ਰੈਕਟਿਸ ਕਰਨਗੇ ਤਾਂ ਉਹਨਾਂ ਨੂੰ ਜਲਦੀ ਸਮਝ ਆ ਜਾਏਗਾ, ਠੀਕ ਹੈ ਫਰੈਂਡਸ। ਅੱਜ ਅਸੀਂ ਆਪਣਾ ਪਹਿਲਾ ਕੁਐਸਚਨ ਦੇਖਾਂਗੇ। ਪਹਿਲਾ ਕੁਐਸਚਨ ਇਹ ਕਹਿਣਾ ਚਾਹ ਰਿਹਾ, ਇਨ ਡੈਪਰੀਸ਼ੀਏਸ਼ਨ ਕੈਲਕੂਲੇਸ਼ਨ ਦਾ ਯੂਜ਼ਫੁਲ ਲਾਈਫ ਆਫ ਦੀ ਫਿਕਸਡ ਐਸਟ ਇਜ਼, ਮਤਲਬ ਕਿ ਜਦੋਂ ਆਪਾਂ ਡੈਪਰੀਸ਼ੀਏਸ਼ਨ ਦੀ ਕੈਲਕੂਲੇਸ਼ਨ ਕਰਦੇ ਹਾਂ, ਜਿਹੜੀ ਆਪਾਂ ਲਾਈਫ ਲੈਂਦੇ ਯੂਜ਼ਫੁਲ ਆਫ ਦੀ ਫਿਕਸ ਐਸਟ ਦੀ, ਤਾਂ ਉਹ ਆਪਾਂ ਕਿਸ ਆਧਾਰ 'ਤੇ ਲੈਂਦੇ ਹਾਂ। ਕੋਈ ਫਿਗਰ ਹੁੰਦੀ ਹੈ, ਕੋਈ ਸਰਟੇਨ ਫਿਗਰ ਉੱਪਰ ਲੈਂਦੇ ਹਾਂ ਆਪਾਂ, ਕੋਈ ਐਸਟੀਮੇਟ ਕਰਦੇ ਹਾਂ, ਜਾਂ ਪ੍ਰੀ ਡਿਟਰਮਾਈਨਡ ਫਿਗਰ ਆਫ ਦੀ ਓਲ ਫਿਕਸ ਐਸਟ। ਸਾਰੇ ਜਿੰਨੇ ਫਿਕਸ ਐਸਟ ਆਪਣੇ ਮਸ਼ੀਨਰੀ, ਕੋਈ ਲੈਂਡ ਐਂਡ ਬਿਲਡਿੰਗ, ਉਹਦੀ ਆਪਾਂ ਇੱਕੋ ਹੀ ਵੈਲਿਊ ਲਾ ਲੈਂਦੇ ਹਾਂ ਕਿ ਇਹ 10 ਸਾਲ ਹੀ ਚੱਲੇਗੀ ਜਾਂ ਇਹ 15 ਸਾਲ ਹੀ ਚੱਲੇਗੀ, ਜਾਂ ਆਪਾਂ ਐਸਟੀਮੇਟ ਲਾਉਂਦੇ ਹਾਂ ਜਾਂ ਸਰਟੇਨ ਫਿਗਰ ਦਿਖਾਉਂਦੇ ਹਾਂ। ਇਸਦਾ ਮੈਨੂੰ ਆਨਸਰ ਦਿਓ। 5 ਸੈਕਿੰਡ ਹੈ ਤੁਹਾਡੇ ਕੋਲ। ਵੈਸੇ ਆਪਾਂ ਪ੍ਰੈਕਟਿਸ ਕਰ ਰਹੇ ਹਾਂ, ਜੇ ਤੁਹਾਨੂੰ ਨਹੀਂ ਵੀ ਆਉਂਦਾ ਤਾਂ ਕੋਈ ਚੱਕਰ ਨਹੀਂ। ਇਹਦਾ ਕੀ ਆਨਸਰ ਹੋਏਗਾ? ਸਰਟੇਨ ਫਿਗਰ ਹੋਏਗਾ, ਐਨ ਐਸਟੀਮੇਟ ਹੋਏਗਾ, ਅ ਪ੍ਰੀ ਡਿਟਰਮਾਈਨਡ ਫਿਗਰ ਫॉर ऑल ਫਿਕਸ ਐਸਟ ਹੋਏਗਾ। ਜਲਦੀ ਦੱਸੋ। इसका आंसर होएगा एन एस्टीमेट। आप एस्टीमेट वैल्यू लाने जो ਤੁਹਾਨੂੰ ਮੈਂ ਡੈਪਰੀਸ਼ੀਏਸ਼ਨ ਦਾ ਫਾਰਮੂਲਾ ਕਰਾਇਆ ਸੀ, ਕੀ ਕਰਾਇਆ ਸੀ? ਜਿੰਨੀ ਵੈਲਿਊ ਹੈ ਉਹ 'ਚੋਂ ਰੈਜ਼ੀਡਿਊਅਲ ਵੈਲਿਊ ਮਾਈਨਸ ਕਰਾਂਗੇ, ਅਪੋਨ ਕੀ ਕਰਾਂਗੇ? ਜਿੰਨੇ ਸਾਲ ਉਹਦੀ ਲਾਈਫ ਹੈ, ਮਤਲਬ ਕਿ 10 ਸਾਲ 15 ਸਾਲ ਆਪਾਂ ਐਸਟੀਮੇਟ ਕਰਦੇ ਹਾਂ। ਕਿਉਂ ਐਸਟੀਮੇਟ ਕਰਦੇ ਹਾਂ? ਜਦੋਂ ਆਪਾਂ ਮਸ਼ੀਨਰੀ ਖਰੀਦਦੇ ਹਾਂ, ਜੇ ਉਹਦੇ ਉੱਪਰ ਡੈਪਰੀਸ਼ੀਏਸ਼ਨ ਲਾਉਂਦੇ ਹਾਂ, ਪਹਿਲੇ ਸਾਲ ਦੀ ਡੈਪਰੀਸ਼ੀਏਸ਼ਨ ਉਨੀ ਆਪਾਂ ਲਾਉਂਦੇ ਹਾਂ, ਅਤੇ ਆਪਾਂ ਉਦੋਂ ਮਤਲਬ ਕਿ ਉਦੋਂ ਥੋੜ੍ਹਾ ਆਪਾਂ ਉਹ ਕਰਦੇ ਹਾਂ, ਮਤਲਬ ਕਿ ਕੀ ਨਾਮ ਹੈ, ਆਪਾਂ ਬਾਅਦ 'ਚ ਥੋੜ੍ਹਾ ਕੋਈ ਐਕਸਪੈਕਟ ਲੈਂਦੇ ਹਾਂ ਕਿ ਇੰਨੀ ਵੈਲਿਊ ਚੱਲੀ। ਆਪਾਂ ਲਾ ਕੇ ਚੱਲਦੇ ਹਾਂ ਕਿ ਇਹ 10 ਸਾਲ ਤਾਂ ਪਲਾਂਟ ਐਂਡ ਮਸ਼ੀਨਰੀ ਹੈ। ਬਾਈਕ ਜਿਹੜੀ ਹੈ, ਬਾਈਕ ਲਾ ਕੇ ਚੱਲਦੇ ਹਾਂ ਆਪਾਂ, ਐਗਜ਼ਾਮਪਲ ਬਾਈਕ ਚੱਲੇਗੀ, ਠੀਕ ਹੈ ਨਾ। 10 ਸਾਲ ਤਾਂ ਚੱਲੇਗੀ ਜਾਂ 15 ਸਾਲ ਤਾਂ ਚੱਲੇਗੀ, ਤਾਂ ਉਹਦੀ ਆਪਾਂ ਵੈਲਿਊ ਲਾ ਕੇ ਚੱਲਦੇ ਹਾਂ, ਠੀਕ ਹੈ ਨਾ। ਲਾਈਫ ਲਾ ਕੇ ਚੱਲਦੇ ਹਾਂ। ਤਾਂ ਉਹੀ ਉਰੇ ਕਹਿਣਾ ਚਾਹ ਰਹੇ ਕਿ ਆਪਾਂ ਐਸਟੀਮੇਟ ਹੀ ਲਾਇਆ, ਆਪਾਂ ਨੂੰ ਐਕਚੁਅਲ 'ਚ ਪਤਾ ਨਹੀਂ ਕਿੰਨੇ ਸਾਲ ਚੱਲੇਗੀ। ਆਪਾਂ ਲਾ ਕੇ ਚੱਲੇ ਕਿ ਬਾਈਕ ਤਾਂ 15 ਸਾਲ ਤਾਂ ਚੱਲੇਗੀ। ਜਿਹੜੀ ਚੱਲਣ ਦੀ ਗੱਲ ਆਪਾਂ ਕਰ ਰਹੇ ਹਾਂ ਉਸ ਨੂੰ ਐਸਟੀਮੇਟ ਦੀ ਗੱਲ ਕਰ ਰਹੇ। ਉਰੇ ਹੀ ਉਹ ਕੁਐਸਚਨ ਦਾ ਇਹ ਗੱਲ ਕਰ ਰਿਹਾ ਕਿ ਜਿਹੜੀ ਆਪਾਂ ਲਾਈਫ ਲੈਂਦੇ ਹਾਂ ਉਹ ਫਿਕਸ ਐਸਟ ਦੀ, ਉਹ ਕਿਸ ਆਧਾਰ 'ਤੇ ਲੈਂਦੇ, ਉਹ ਆਪਾਂ ਲੈਂਦੇ ਹਾਂ ਬੀ ਆਪਸ਼ਨ ਆ ਜਾਏਗਾ, ਐਨ ਐਸਟੀਮੇਟ, ਠੀਕ ਹੈ ਫਰੈਂਡਸ। ਐਨ ਐਸਟੀਮੇਟ ਆ ਜਾਏਗਾ, ਠੀਕ ਹੈ ਫਰੈਂਡਸ। ਤਾਂ ਅਗਲਾ ਕੁਐਸਚਨ ਦੇਖਦੇ ਹਾਂ ਆਪਾਂ। ਅਗਲਾ ਕੁਐਸਚਨ ਹੈ ਡੈਪਰੀਸ਼ੀਏਸ਼ਨ ਅਮਾਊਂਟ ਪਲੱਸ ਰੈਜ਼ੀਡਿਊਅਲ ਵੈਲਿਊ ਆਫ ਦੀ ਫਿਕਸ ਐਸਟ ਕਿਹਨੂੰ ਕਵਾਂਗੇ? ਮਤਲਬ ਕਿ ਡੈਪਰੀਸ਼ੀਏਸ਼ਨ ਅਮਾਊਂਟ ਪਲੱਸ ਰੈਜ਼ੀਡਿਊਅਲ ਵੈਲਿਊ, ਜਿੰਨੀ ਰੈਜ਼ੀਡਿਊਅਲ ਦੀ ਵੈਲਿਊ ਹੈ ਅਤੇ ਜਿੰਨੀ ਡੈਪਰੀਸ਼ੀਏਬਲ ਅਮਾਊਂਟ ਹੈ। ਡੈਪਰੀਸ਼ੀਏਸ਼ਨ ਅਮਾਊਂਟ ਨਹੀਂ, ਡੈਪਰੀਸ਼ੀਏਬਲ ਅਮਾਊਂਟ, ਜਿਹਦੇ ਉੱਪਰ ਡੈਪਰੀਸ਼ੀਏਸ਼ਨ ਲੱਗਣਾ ਉਹ ਵਾਲੀ ਅਮਾਊਂਟ ਪਲੱਸ ਰੈਜ਼ੀਡਿਊਅਲ ਵੈਲਿਊ, ਉਹ ਕੀ ਕਹਾਈ ਜਾਏਗੀ? ਕੀ ਕਹਾਈ ਜਾਏਗੀ? ਇਜ਼ ਇਕੁਅਲ ਟੂ ਕੁਐਸਚਨ ਮਾਰਕ ਪਾਇਆ, ਜਿਸ ਦਾ ਮਤਲਬ ਕੀ ਕਹਾਈ ਜਾਏਗੀ? ਪਹਿਲਾ ਆਪਸ਼ਨ ਕਹਿ ਰਿਹਾ ਡੈਪਰੀਸ਼ੀਏਸ਼ਨ ਐਕਸਪੈਂਸਿਸ, ਬੀ ਐਕੂਮੂਲੇਟਿਡ ਡੈਪਰੀਸ਼ੀਏਸ਼ਨ, ਸੀ ਕੋਸਟ ਆਫ ਫਿਕਸ ਐਸਟ, ਡੀ ਫਿਊਚਰ ਇਕਨੋਮਿਕ ਬੈਨੀਫਿਟਸ ਆਫ ਦਾ ਫਿਕਸ ਐਸਟ। ਜਲਦੀ ਦੱਸੋ, ਫਿਰ ਤੁਹਾਨੂੰ ਮੈਂ ਐਕਸਪਲੇਨ ਵੀ ਕਰਾਂਗਾ। ਇਸਦਾ ਆਨਸਰ ਹੋਏਗਾ ਕੋਸਟ ਆਫ ਫਿਕਸ ਐਸਟ। ਕੋਸਟ ਆਫ ਫਿਕਸ ਐਸਟ ਕਿਉਂ ਹੋਏਗਾ ਉਹ ਤੁਹਾਨੂੰ ਮੈਂ ਉਰੇ ਸਮਝਾਉਣਾ। ਸਪੋਜ਼ ਕਰੋ ਇੱਕ ਬਾਈਕ ਹੈ, ਠੀਕ ਹੈ। ਇੱਕ ਬਾਈਕ ਹੈ, ਇਹ ਬਾਈਕ ਆਪਾਂ ਲਾ ਕੇ ਚੱਲਦੇ ਹਾਂ, ਠੀਕ ਹੈ। 10,000 ਦੀ ਹੈ, 10 ਨਹੀਂ ਆਪਾਂ 50,000 ਲਾ ਕੇ ਚੱਲਦੇ ਹਾਂ। ਇਹ 50,000 ਦੀ ਹੈ, ਠੀਕ ਹੈ ਫਰੈਂਡਸ। 50,000 ਦੀ ਹੈ, ਅਤੇ ਜਦ ਆਪਾਂ ਖਰੀਦੀ ਹੈ 2020 'ਚ ਖਰੀਦੀ ਹੈ, ਠੀਕ ਹੈ। ਅਤੇ ਆਪਾਂ ਇਹਦੀ ਲਾਈਫ ਮੰਨ ਕੇ ਚੱਲ ਰਹੇ ਹਾਂ ਕਿ ਇਹ 2030 ਤੱਕ ਚੱਲੇਗੀ, ਅਤੇ 2030 'ਚ ਆਪਾਂ ਇੱਕ ਵੈਲਿਊ ਮੰਨ ਕੇ ਰੈਜ਼ੀਡਿਊ ਵੈਲਿਊ ਮੰਨਾਂਗੇ ਕਿ ਇੰਨੇ ਦੀ ਵੈਲਿਊ ਦੀ ਬਣੇਗੀ। ਆਪਾਂ ਇੱਕ ਰੈਜ਼ੀਡਿਊਲ ਵੈਲਿਊ ਮਤਲਬ ਕਿ ਇਹ 10 ਸਾਲ ਬਾਅਦ ਇਹਦੀ ਵੈਲਿਊ ਇੰਨੀ ਰਹਿ ਜਾਏਗੀ। ਮਤਲਬ 50,000 ਦੀ ਵੈਲਿਊ ਕਿੰਨੀ ਰਹਿ ਜਾਏਗੀ 10 ਸਾਲ ਬਾਅਦ? ਸੋਚੋ, 20,000 ਰਹਿ ਜਾਏਗੀ, 20,000 ਰਹਿ ਜਾਏਗੀ, 20 ਜਾਂ 22 20 25,000 ਰਹਿ ਜਾਏਗੀ, ਠੀਕ ਹੈ। 25,000 ਰਹਿ ਗਈ, ਠੀਕ ਹੈ, 25,000 ਰਹਿ ਜਾਏਗੀ। ਤਾਂ ਜਿਹੜੀ ਉਹ ਵੈਲਿਊ ਰਹਿ ਗਈ 50,000 ਪਲੱਸ ਜਿੰਨੀ ਉਹਦੀ ਜਿਹੜੀ ਵੈਲਿਊ ਰਹਿ ਗਈ, ਜਿੰਨੀ ਉਹਦੀ ਵੈਲਿਊ ਰਹਿ ਗਈ 25,000, ਜੇ ਉਹਨੂੰ ਪਲੱਸ ਕਰਾਂਗੇ ਉਸ ਨੂੰ ਹੀ ਐਕਚੁਅਲ 'ਚ ਆਪਾਂ ਕੋਸਟ ਆਫ ਫਿਕਸ ਐਸਟ ਕਵਾਂਗੇ, ਠੀਕ ਹੈ। ਬਾਈਕ ਦੀ ਜਿੰਨੀ ਵੈਲਿਊ ਸੀ ਅਤੇ ਜਿੰਨੇ ਉਹ 10 ਸਾਲ ਬਾਅਦ ਜਿੰਨੀ ਰਹਿ ਗਈ 20,000, ਤਾਂ 50,000 ਪਲੱਸ 20,000, ਠੀਕ ਹੈ। ਉਹੀ ਵੈਲਿਊ ਕਹਾਈ ਜਾਏਗੀ ਕੋਸਟ ਆਫ ਫਿਕਸ ਐਸਟ। ਐਕਚੁਅਲ 'ਚ ਉਹਦੀ ਕੋਸਟ ਇੰਨੀ ਬਣੀ।
ਇਹ ਆਪਾਂ ਕਿਉਂ ਕਹਾਇਆ ਜਾਏਗਾ? ਕਿਉਂਕਿ ਜਦੋਂ ਆਪਾਂ ਡੈਪਰੀਸ਼ਨ ਕਰਦੇ ਹਾਂ ਆਪਾਂ ਉਲਟਾ ਨਹੀਂ ਕਰਦੇ ਹੁੰਦੇ ਕਿ ਜਿੰਨੀ ਉਹਦੀ ਵੈਲਿਊ ਹੈ ਫਿਕਸ ਐਸਟ ਦੀ ਵੈਲਿਊ ਹੈ, ਵੈਲਿਊ 'ਚੋਂ ਆਪਾਂ ਰੈਜ਼ੀਡਿਊਅਲ ਵੈਲਿਊ ਕਿਉਂ ਮਾਈਨਸ ਕਰਦੇ ਹਾਂ? ਆਪਾਂ ਰੈਜ਼ੀਡਿਊਅਲ ਵੈਲਿਊ ਮਾਈਨਸ ਕਰਦੇ ਹਾਂ, ਮਾਈਨਸ ਕਰਕੇ ਅਪੋਨ ਆਪਾਂ ਐਸਟੀਮੇਟ ਲਾਈਫ ਲਾਉਂਦੇ ਹਾਂ। ਐਸਟੀਮੇਟ ਲਾਈਫ ਲਾਉਂਦੇ ਹਾਂ ਨਾ, ਜੋ ਪਿਛਲੇ ਵਾਲੇ ਲੈਕਚਰ 'ਚ ਪੜ੍ਹ ਕੇ ਆਏ ਹੋ। ਅਤੇ ਇਹ 'ਚੋਂ ਆਪਾਂ ਕਿਉਂ ਮਾਈਨਸ ਕਰਦੇ ਹਾਂ? ਤਾਂ ਕਿ ਸਾਡੀ ਡੈਪਰੀਸ਼ੀਏਬਲ ਅਮਾਊਂਟ ਆ ਜਾਵੇ, ਡੈਪਰੀਸ਼ੀਏਬਲ ਅਮਾਊਂਟ ਆ ਜਾਵੇ। ਠੀਕ ਹੈ ਫਰੈਂਡਸ, ਉਹਦੇ ਲਈ ਆਪਾਂ ਇਹ ਕਰਦੇ ਹਾਂ। ਵੈਸੇ ਇਹਨੂੰ ਕੋਸਟ ਆਫ ਫਿਕਸ ਐਸਟ ਵਿੱਚ ਡੈਪਰੀਸ਼ੀਏਸ਼ਨ ਅਮਾਊਂਟ ਅਤੇ ਰੈਜ਼ੀਡਿਊ ਵੈਲਿਊ ਪਲੱਸ ਹੁੰਦੀ ਹੈ। ਠੀਕ ਹੈ ਫਰੈਂਡਸ, ਤਾਂ ਅਗਲਾ ਕੁਐਸਚਨ ਦੇਖਾਂਗੇ, ਕੋਸਟ ਆਫ ਅ ਫਿਕਸ ਐਸਟ ਮਾਈਨਸ ਐਕੂਮੂਲੇਟਿਡ ਡੈਪਰੀਸ਼ਨ ਐਕਸਪੈਂਸਿਸ ਆਫ ਦਾ ਫਿਕਸ ਐਸਟ। ਕੀ ਕਹਾਇਆ ਜਾਏਗਾ? ਫਿਕਸ ਐਸਟ ਵਿੱਚੋਂ ਡੈਪਰੀਸ਼ਨ ਐਕਸਪੈਂਸਿਸ ਮਾਈਨਸ ਕਰਤੇ ਤਾਂ ਉਹ ਕੀ ਕਹਾਇਆ ਜਾਏਗਾ? ਬੁੱਕ ਵੈਲਿਊ ਆਫ ਦ ਫਿਕਸ ਐਸਟ ਕਹਾਇਆ ਜਾਏਗਾ, ਮਾਰਕੀਟ ਵੈਲਿਊ ਆਫ ਦ ਫਿਕਸ ਐਸਟ ਕਹਾਇਆ ਜਾਏਗਾ, हिस्टोरिकल कॉस्ट ऑफ द फिक्स एसेट कहा जाएगा, रिकवेबल अमाउंट ऑफ द फिक्स एसेट कहा जाएगा। वो कहा जाएगा कि कहा जाएगा बुक वैल्यू ऑफ द फिक्स एसेट कहा जाएगा। ठीक है फ्रेंड्स, बुक वैल्यू ऑफ द फिक्स एसेट कहा जाएगा कि ਉਹਦੀ ਇੰਨੀ ਬੁੱਕ ਵੈਲਿਊ ਹੈ ਜਦੋਂ ਉਹ 'ਚੋਂ ਆਪਾਂ ਡੈਪਰੇਸ਼ਨ ਮਾਈਨਸ ਕਰ ਦਿੰਦੇ ਹਾਂ। ਠੀਕ ਹੈ ਫਰੈਂਡਸ, ਤਾਂ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਹੈ ਕਿ ਡੈਪਰੇਸ਼ਨ ਕਿਹਦੇ ਉੱਪਰ ਅਪਲਾਈ ਹੁੰਦਾ ਹੈ? ਵੇਸਟਿੰਗ ਐਸਿਡ ਉੱਪਰ ਅਪਲਾਈ ਹੁੰਦਾ ਹੈ, ਫਿਕਸ ਐਸਿਡ ਉੱਪਰ ਅਪਲਾਈ ਹੁੰਦਾ ਹੈ, ਇੰਟੈਂਜੀਬਲ ਐਸਿਡ ਉੱਪਰ ਅਪਲਾਈ ਹੁੰਦਾ ਹੈ, ਜਾਂ ਬਿਲਡਿੰਗ ਉੱਪਰ ਅਪਲਾਈ ਹੁੰਦਾ ਹੈ? ਕਿਸ ਉੱਪਰ ਅਪਲਾਈ ਹੁੰਦਾ ਹੈ? ਵੇਸਟਿੰਗ ਐਸਿਡ, ਫਿਕਸ ਐਸਿਡ, ਇੰਟੈਂਜੀਬਲ ਐਸਿਡ, ਬਿਲਡਿੰਗ ਉੱਪਰ? ਜਲਦੀ ਦੱਸੋ। ਇਹ ਅਪਲਾਈ ਹੋਏਗਾ ਫਿਕਸ ਐਸਿਡ ਉੱਪਰ। ਫਿਕਸ ਐਸਿਡ ਜਿਹੜਾ ਲੌਂਗ ਟਰਮ ਚੱਲੇਗਾ। ਫਿਕਸ ਐਸਿਡ ਨੂੰ ਇੱਕ ਤਰ੍ਹਾਂ ਨਾਲ ਕੀ ਕਹਿੰਦੇ? ਕੈਪੀਟਲ ਐਕਸਪੈਂਡੀਚਰ। ਆਪਾਂ ਜਦੋਂ ਖਰੀਦਦੇ ਹਾਂ ਉਹਨੂੰ ਕੀ ਕਹਿੰਦੇ? ਕੈਪੀਟਲ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰ, ਠੀਕ ਹੈ ਨਾ। ਤਾਂ ਡੈਪਰੇਸ਼ਨ ਕਿਹਦੇ ਉੱਪਰ ਹਮੇਸ਼ਾ ਅਪਲਾਈ ਹੁੰਦਾ? ਫਿਕਸ ਐਸਿਡ। ਇੰਟੈਂਜੀਬਲ ਐਸਿਡ ਉੱਪਰ ਕੋਈ ਅਪਲਾਈ ਨਹੀਂ ਹੁੰਦਾ। ਇੰਟੈਂਜੀਬਲ ਐਸਿਡ ਕਿਹੜੇ ਹੁੰਦੇ ਆ? ਇੰਟੈਂਜੀਬਲ ਐਸਿਡ ਜੋ ਸਾਨੂੰ ਨਹੀਂ ਦਿਖਾਈ ਦਿੰਦੇ, ਜਿਵੇਂ ਕਿ ਗੁੱਡਵਿਲ ਹੈ ਵੀ, ਇਹ ਵੀ ਫਿਕਸ ਐਸਿਡ ਹੈ। ਪੇਟੈਂਟਸ, ਠੀਕ ਹੈ, ਕਾਪੀਰਾਈਟਸ, ਠੀਕ ਹੈ, ਕਾਪੀਰਾਈਟਸ, ਠੀਕ ਹੈ ਨਾ ਫਰੈਂਡਸ, ਉਹਨੂੰ ਕਹਿੰਦੇ ਨੇ ਇੰਟੈਂਜੀਬਲ ਐਸਿਡਸ, ਫਿਕਸ ਐਸਿਡਸ। ਤਾਂ ਉਰੇ ਕਿਹੜਾ ਆਨਸਰ ਠੀਕ ਹੋ ਜਾਏਗਾ? ਫਿਕਸ ਐਸਿਡ, ਬੀ ਆਪਸ਼ਨ। ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਉਹਨਾਂ ਨੂੰ ਦੁਬਾਰਾ ਦੱਸ ਦੇਣਾ, ਫਿਕਸ ਐਸਿਡ। ਠੀਕ ਹੈ ਫਰੈਂਡਸ, ਤਾਂ ਅਗਲਾ ਕੁਐਸਚਨ ਹੈ, ਆਪਾਂ ਨੇ ਵੇਜਿਸ ਪੇ ਕੀਤੇ ਹੈ 21,000 ਤੇ ਫॉर ਇੰਸਟਾਲੇਸ਼ਨਸ ਆਫ ਦੀ ਨਿਊ ਮਸ਼ੀਨਰੀ। ਆਪਾਂ ਨੇ ਮਸ਼ੀਨਰੀ ਖਰੀਦੀ, ਉਹਦੇ ਉੱਪਰ ਇੰਸਟਾਲੇਸ਼ਨ ਚਾਰਜਸ ਲੱਗ ਰਹੇ, ਵੇਜਿਸ ਲੱਗ ਰਹੇ, ਮਤਲਬ ਉਹਦੇ ਉੱਪਰ ਵੇਜਿਸ ਦਿੱਤੇ ਆਪਾਂ ਨੇ ਉਹਨੂੰ ਇੰਸਟਾਲ ਕਰਨ ਦੇ। ਤਾਂ ਉਹ ਨਿਊ ਮਸ਼ੀਨਰੀ ਦੀ ਕੋਸਟ ਵਿੱਚ ਐਡ ਹੋਏਗਾ। ਇਹ ਡਾਇਰੈਕਟ ਐਕਸਪੈਂਸਿਸ ਹੈ, ਇਹ ਡਾਇਰੈਕਟ ਐਕਸਪੈਂਸਿਸ ਹੈ। ਜੇ ਡਾਇਰੈਕਟ ਐਕਸਪੈਂਸਿਸ ਹੈ ਤਾਂ ਮਸ਼ੀਨਰੀ ਵਿੱਚ ਐਡ ਹੋ ਜਾਏਗਾ, ਮਸ਼ੀਨਰੀ ਵਿੱਚ ਐਡ ਹੋ ਜਾਏਗਾ। ਜੇ ਮਸ਼ੀਨਰੀ 'ਚ ਐਡ ਹੋ ਜਾਏਗਾ ਤਾਂ ਇਹ ਕੀ ਕਹਾ ਜਾਏਗਾ? ਕਿਹੜਾ ਐਕਸਪੈਂਡੀਚਰ ਕਹਾ ਜਾਏਗਾ? ਉਹਦੇ ਸਿਰ ਉਹਨੇ ਇਹ ਪੁੱਛਿਆ ਕਿ ਵੇਜਿਸ ਪੇਡ ₹21,000 ਫॉर ਇੰਸਟਾਲੇਸ਼ਨ ਆਫ ਨਿਊ ਮਸ਼ੀਨਰੀ। ਤਾਂ ਉਹ ਕੀ ਕਹਾ ਜਾਏਗਾ? ਪਹਿਲੇ ਤੁਹਾਨੂੰ ਮੈਂ ਸਿਰਫ ਇਕੱਲਾ ਸਮਝਾ ਰਿਹਾ ਸੀ, ਓਵਰਵਿਊ ਸਮਝਾ ਰਿਹਾ ਸੀ ਕਿ ਜੇ ਮਸ਼ੀਨਰੀ ਵਿੱਚ ਇੰਸਟਾਲੇਸ਼ਨ ਚਾਰਜਸ ਆਏ ਹਨ ਉਹ ਇੰਡਾਇਰੈਕਟ ਨਹੀਂ ਹੋਣਗੇ, ਉਹ ਡਾਇਰੈਕਟ ਐਕਸਪੈਂਸਿਸ ਹੋਣਗੇ। ਇਹ ਇਹਦੇ ਵਿੱਚ ਪਲੱਸ ਹੀ ਹੋਣਗੇ ਮਸ਼ੀਨਰੀ ਵਿੱਚ। ਠੀਕ ਹੈ ਫਰੈਂਡਸ, ਉਹੀ ਐਕਚੁਅਲ ਵੈਲਿਊ ਬਣੇਗੀ। ਠੀਕ ਹੈ ਫਰੈਂਡਸ, ਤਾਂ ਉਰੇ ਇਹਨਾਂ ਨੇ ਇਹੀ ਪੁੱਛਿਆ ਸਿਰਫ ਕਿਹੜਾ ਐਕਸਪੈਂਡੀਚਰ ਹੋਏਗਾ? ਕੈਪੀਟਲ ਐਕਸਪੈਂਡੀਚਰ ਹੋਏਗਾ, ਰੈਵਨਿਊ ਐਕਸਪੈਂਡੀਚਰ ਹੋਏਗਾ, ਡੈਫਰਡ ਰੈਵਨਿਊ ਐਕਸਪੈਂਡੀਚਰ ਹੋਏਗਾ, ਡਿਸਚਾਰਜ ਉਹ ਲਾਇਬਿਲਿਟੀਜ਼ ਹੋਏਗਾ। ਉਰੇ ਤੁਸੀਂ ਪਾ ਲਿਓ ਲਾਇਬਿਲਿਟੀਜ਼ ਹੋਏਗਾ। ਉਰੇ ਇਹ ਹੋਏਗਾ ਕੈਪੀਟਲ ਐਕਸਪੈਂਡੀਚਰ, ਕਿਉਂਕਿ ਮੈਂ ਤੁਹਾਨੂੰ ਸਮਝਾਇਆ ਸੀ ਫਿਕਸ ਐਸਟ ਆਪਾਂ ਜਿਹੜਾ ਖਰੀਦਦੇ ਹਾਂ ਉਹ ਕੈਪੀਟਲ ਐਕਸਪੈਂਡੀਚਰ ਹੀ ਕਰਦੇ ਹਾਂ ਆਪਾਂ। ਠੀਕ ਹੈ, ਕੈਪੀਟਲ ਐਕਸਪੈਂਡੀਚਰ ਮਤਲਬ ਲੌਂਗ ਟਰਮ ਲਈ। ਠੀਕ ਹੈ ਫਰੈਂਡਸ, ਲੌਂਗ ਟਰਮ ਲਈ, ਜਿਹਦਾ ਬੈਨੀਫਿਟ ਸਾਨੂੰ ਲੌਂਗ ਟਰਮ ਲਈ ਹੋਏਗਾ, ਜਿਹਦਾ ਯੂਜ਼ ਕਰਨ ਨਾਲ ਸਾਨੂੰ ਬੈਨੀਫਿਟ ਲੌਂਗ ਟਰਮ ਦਾ ਹੀ ਹੋਏਗਾ। ਰੈਵਨਿਊ ਐਕਸਪੈਂਡੀਚਰ ਜਿਵੇਂ ਸੈਲਰੀ, ਵੇਜਿਸ, ਠੀਕ ਹੈ ਨਾ, ਪੇ ਕਰਦੇ ਹਾਂ ਆਪਾਂ, ਕੋਈ ਬਿਲਸ ਪੇ ਕਰਦੇ ਹਾਂ, ਬਿਲ ਪੇਬਲ ਪੇ ਕਰਦੇ ਹਾਂ ਆਪਾਂ, ਉਹ ਰੈਵਨਿਊ ਐਕਸਪੈਂਡੀਚਰ ਲਈ ਆਪਾਂ ਪੇ ਕਰ ਰਹੇ ਹਾਂ ਆਪਾਂ ਨਾ, ਤਾਂ ਉਹ ਉਸ ਨੂੰ ਰੈਵਨਿਊ ਐਕਸਪੈਂਡੀਚਰ ਕਹਿੰਦੇ ਆ। ਠੀਕ ਹੈ ਫਰੈਂਡਸ, ਤਾਂ ਇਹ ਉਰੇ ਇਹ ਆਪਸ਼ਨ ਲੱਗ ਗਿਆ ਨਾ ਕੈਪੀਟਲ ਐਕਸਪੈਂਡੀਚਰ। ਤਾਂ ਅਗਲਾ ਕੁਐਸਚਨ ਹੈ, ਡਿਸਕਾਊਂਟ ਅਲਾਊਡ ਬਾਏ ਕ੍ਰੈਡੀਟਰਸ ਇਜ਼ ਸ਼ੋਨ ਇਨ। ਆਪਾਂ ਜਿਹੜਾ ਡਿਸਕਾਊਂਟ ਅਲਾਊਡ ਹੋਇਆ ਸਾਨੂੰ ਕ੍ਰੈਡੀਟਰ ਦੁਆਰਾ, ਕ੍ਰੈਡੀਟਰ ਕੌਣ ਹੁੰਦਾ? ਜਿਨ੍ਹਾਂ ਨੂੰ ਅਸੀਂ ਪੈਸੇ ਦੇਣੇ ਹੈ, ਉਹ ਮੇਰੇ ਕ੍ਰੈਡੀਟਰ ਹੈ। ਠੀਕ ਹੈ ਫਰੈਂਡਸ, ਉਹ ਕ੍ਰੈਡੀਟਰ ਹੈ ਤਾਂ ਉਹਨਾਂ ਨੂੰ ਮੈਨੇ ਪੈਸੇ ਦੇਣੇ ਹੈ। ਉਹ ਪੈਸੇ ਦੇਣ ਤੋਂ ਪਹਿਲਾਂ ਦੇਣ ਲੱਗਿਆ ਉਹ ਕਹਿ ਦੇਵੇ ਕਿ ਤੁਹਾਨੂੰ ਸਪੋਜ਼ ਕਰੋ ਕਿ ਮੈਂ 10,000 ਰੁਪਏ ਦੇਣਾ ਹੈ। ਜੇ ਮੈਨੇ 10,000 ਰੁਪਏ ਦੇਣਾ, ਉਹ ਕਹਿ ਚੱਲ ਉਹ 8,000 ਦੇ ਰਿਹਾ, 2,000 ਦਾ ਤੁਹਾਨੂੰ ਡਿਸਕਾਊਂਟ ਦਿੱਤਾ। ਜਿਹੜਾ 2,000 ਡਿਸਕਾਊਂਟ ਉਹ ਇੱਕ ਤਰ੍ਹਾਂ ਦਾ ਮੇਰਾ ਕੀ ਹੋਇਆ? ਇੱਕ ਤਰ੍ਹਾਂ ਦਾ ਰੈਵਨਿਊ ਹੋਇਆ ਮੈਨੂੰ, ਕਿਉਂਕਿ ਮੇਰੇ ਪ੍ਰੋਫਿਟ 'ਚ ਐਡ ਹੋ ਜਾਏਗਾ। ਉਹ ਮੇਰਾ ਬਚ ਗਿਆ 2,000 ਰੁਪਇਆ, ਪ੍ਰੋਫਿਟ 'ਚ ਐਡ ਹੋ ਜਾਏਗਾ ਨਾ, ਬਚ ਗਿਆ ਨਾ। ਤਾਂ ਜਿਹੜਾ ਡਿਸਕਾਊਂਟ ਅਲਾਊਡ ਹੋਇਆ ਉਹਦੇ ਉਸਨੇ ਪੁੱਛਿਆ ਕਿ ਜਿਹੜੇ ਆਪਾਂ ਕ੍ਰੈਡਿਟ ਸਾਈਡ ਕਿਉਂ ਦਿਖਾਵਾਂਗੇ? ਕਿਉਂਕਿ ਉਹਦੇ ਕੀ ਕਹਿੰਦਾ ਨੋਮੀਨਲ ਕੀ ਕਹਿੰਦਾ? ਡੈਬਿਟ ਆਲ ਐਕਸਪੈਂਸਿਸ, ਕ੍ਰੈਡਿਟ ਆਲ ਇਨਕਮ ਐਂਡ ਗੇਨਸ। ਤਾਂ ਆਪਾਂ ਇਨਕਮ ਕ੍ਰੈਡਿਟ ਕਰਾਂਗੇ, ਕਿੱਥੇ ਕਰਾਂਗੇ? ਟਰੇਡਿੰਗ ਅਕਾਊਂਟ 'ਚ ਕਰਾਂਗੇ, ਪੀਐਲ ਅਕਾਊਂਟ 'ਚ ਕਰਾਂਗੇ, ਡੈਟਰ ਅਕਾਊਂਟ 'ਚ ਕਰਾਂਗੇ, ਕ੍ਰੈਡਿਟਰ ਅਕਾਊਂਟ 'ਚ ਕਰਾਂਗੇ। ਜਲਦੀ ਦੱਸੋ।
ਇਹ ਆਪਾਂ ਨੂੰ ਹੋਏਗਾ ਕਿ ਪੀ ਲੈਣ ਅਕਾਊਂਟ 'ਚ ਕਰਾਂਗੇ। ਪੀ ਲੈਣ ਅਕਾਊਂਟ 'ਚ ਆਪਾਂ ਕ੍ਰੈਡਿਟ ਸਾਈਡ 'ਤੇ ਕਰਾਂਗੇ। ਕ੍ਰੈਡਿਟ ਸਾਈਡ 'ਤੇ ਇਨਕਮ 'ਚ ਦਿਖਾਵਾਂਗੇ ਆਪਾਂ, ਇਨਕਮ ਸਾਈਡ ਦਿਖਾਵਾਂਗੇ ਨਾ ਆਪਾਂ। ਇਹ ਇਨਕਮ ਸਾਈਡ ਆਪਾਂ ਉਰੇ ਦਿਖਾਵਾਂਗੇ ਡਿਸਕਾਊਂਟ ਅਲਾਊਡ, ਠੀਕ ਹੈ। ਮੈਂ ਸ਼ੋਰਟ ਫਾਰਮ ਵੀ ਪਾ ਰਿਹਾ, ਡਿਸਕਾਊਂਟ ਅਲਾਊਡ ਉਰੇ ਅਮਾਊਂਟ ਦਿਖਾਵਾਂਗੇ। ਇਹ ਇਨਕਮ ਸਾਈਡ ਹੈ, ਇਹ ਐਕਸਪੈਂਸਿਸ ਸਾਈਡ ਹੈ, ਠੀਕ ਹੈ ਫਰੈਂਡਸ। ਇਹ ਪੀ ਐਲ ਐਨ ਅਕਾਊਂਟ ਹੈ ਸਾਰਾ, ਠੀਕ ਹੈ ਫਰੈਂਡਸ। ਤਾਂ ਉਰੇ ਇਹ ਆਪਸ਼ਨ ਉਰੇ ਇਹ ਆਪਸ਼ਨ ਬੀ ਆਪਸ਼ਨ ਆ ਜਾਏਗਾ, ਸੋਰੀ, ਪੀ ਐਲ ਐਨ ਅਕਾਊਂਟ, ਠੀਕ ਹੈ ਫਰੈਂਡਸ। ਡੈਟਰ ਕੀ ਹੁੰਦੇ ਆ? ਜਿਨ੍ਹਾਂ ਤੋਂ ਅਸੀਂ ਪੈਸੇ ਲੈਣੇ ਆ। ਕ੍ਰੈਡਿਟਰ ਹੁੰਦੇ ਜਿਨ੍ਹਾਂ ਨੂੰ ਅਸੀਂ ਪੈਸੇ ਦੇਣੇ ਆ, ਠੀਕ ਹੈ ਫਰੈਂਡਸ। ਕਨਫਿਊਜ਼ ਨਹੀਂ ਹੋਣਾ, ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ, ਓਬਸੋਲੈਂਸ ਇਨ ਐਸਟ ਇਜ਼ ਕਾਲਡ ਡਿਊ ਟੂ। ਓਬਸੋਲੈਂਸ ਮਤਲਬ ਟੈਕਨੋਲੋਜੀ ਇਨ ਐਸਟ ਵਿੱਚ ਆ ਜਾਣੀ, ਮਤਲਬ ਕੋਈ ਟੈਕਨੋਲੋਜੀ ਆ ਜਾਣੀ ਐਸਟ ਵਿੱਚ, ਮਤਲਬ ਕੋਈ ਨਵੀਂ ਟੈਕਨੋਲੋਜੀ ਆ ਜਾਣੀ। ਤਾਂ ਉਹ ਕੀ ਕਹਾਇਆ ਜਾਏਗਾ? ਮਤਲਬ ਕਿ ਇਸ ਨੂੰ ਕੀ ਕਹਾਂਗੇ ਆਪਾਂ? ਇਹਨੂੰ ਆਪਾਂ ਕਹਾਂਗੇ ਨਿਊ ਇਨਵੈਂਟਡ ਮਸ਼ੀਨਰੀ ਕਹਾਂਗੇ, ਚੇਂਜ ਇਨ ਟਾਈਮ ਕਹਾਂਗੇ, ਬੋਥ ਏ ਐਂਡ ਬੀ ਹੋਏਗਾ, ਇੰਟੈਂਜੀਬਲ ਐਸਟ ਹੋਏਗਾ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? ਓਬਸੋਲੈਂਸ ਮਤਲਬ ਟੈਕਨੋਲੋਜੀ ਦਾ ਚੇਂਜ ਹੋ ਜਾਣਾ ਇਨ ਐਸਟ ਵਿੱਚ, ਤਾਂ ਉਹ ਕੀ ਕਹਾਇਆ ਜਾਏਗਾ? ਪੂਰੇ ਡੈਫੀਨੇਸ਼ਨ ਨੂੰ ਛੱਡੋ, ਵੈਸੇ ਉਹ ਇੱਕ ਟਰਮ 'ਚ ਪੁੱਛ ਰਿਹਾ ਤੁਹਾਡੇ ਤੋਂ। ਉਸ ਨੂੰ ਆਪਾਂ ਕਹਾਂਗੇ ਨਿਊਲੀ ਇਨਵੈਂਟਡ ਮਸ਼ੀਨਰੀ। ਨਿਊਲੀ ਇਨਵੈਂਟਡ ਮਸ਼ੀਨਰੀ ਮਤਲਬ ਵਿੱਚ ਕੋਈ ਟੈਕਨੋਲੋਜੀ ਚੇਂਜ ਹੋਈ ਹੈ ਪਿਛਲੇ ਟੈਕਨੋਲੋਜੀ ਨਾਲੋਂ, ਠੀਕ ਹੈ। ਪਿਛਲੇ ਟੈਕਨੋਲੋਜੀ ਵਾਲੀ ਜਿਹੜੀ ਮਸ਼ੀਨਰੀ ਉਹਦੇ ਨਾਲੋਂ ਕੁਝ ਅਪਡੇਟ ਹੋਇਆ, ਉਸ ਨੂੰ ਕਹਿੰਦੇ ਨੇ ਓਬਸੋਲੈਂਸ। ਓਬਸੋਲੈਂਸ ਇੱਕ ਤਰ੍ਹਾਂ ਦਾ ਰੀਜ਼ਨ ਹੈ ਡੈਪਰੇਸ਼ਨ ਲਾਉਣ ਦਾ, ਠੀਕ ਹੈ। ਇੱਕ ਤਰ੍ਹਾਂ ਦਾ ਰੀਜ਼ਨ ਹੈ, ਇਹ ਰੀਜ਼ਨ ਹੈ ਜਿਹਦੇ ਨਾਲ ਆਪਾਂ ਡੈਪਰੇਸ਼ਨ ਅੱਗੇ ਹਿਸਾਬ ਲਾਉਂਦੇ ਹਾਂ। ਸਾਡੀ ਜਿਹੜੀ ਵੈਲਿਊ ਘੱਟ ਜਾਂਦੀ ਹੈ ਟੈਕਨੋਲੋਜੀ ਚੇਂਜ ਹੋਣ ਕਰਕੇ, ਠੀਕ ਹੈ ਨਾ ਫਰੈਂਡਸ। ਟੈਕਨੋਲੋਜੀ ਚੇਂਜ ਕਿਉਂ? ਮਤਲਬ ਤੁਹਾਨੂੰ ਕੋਈ ਮੋਬਾਈਲ ਲਿੱਤਾ, ਕੋਈ 2017 'ਚ ਮੋਬਾਈਲ ਲਿੱਤਾ, ਤਾਂ 2020 'ਚ ਤੁਸੀਂ ਦੁਬਾਰਾ ਵੇਚਣਾ ਤਾਂ ਉਹਨੇ ਦਾ ਥੋੜ੍ਹਾ ਵਿਕੇਗਾ, ਸਗੋਂ ਉਹਨੇ ਦਾ ਨਾ ਵਿਕ ਕੇ ਵੀ ਹੋਰ ਘੱਟ ਵਿਕੇਗਾ, ਕਿਉਂਕਿ ਟੈਕਨੋਲੋਜੀ ਚੇਂਜ ਹੋ ਗਈ ਨਾ ਉਹਦੇ ਕਰਕੇ, ਠੀਕ ਹੈ ਫਰੈਂਡਸ। ਤਾਂ ਉਹਦਾ ਨਿਊਲੀ ਇਨਵੈਂਟਡ ਮਸ਼ੀਨਰੀ ਆਏਗਾ ਇਹ ਆਪਸ਼ਨ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਗੁड्स ਟੇਕਨ ਬਾਏ ਦਾ ਓਨਰ ਫॉर ਡੋਮੈਸਟਿਕ ਯੂਜ਼। ਹੁਣ ਗੁड्स ਓਨਰ ਜਿਹੜਾ, ਠੀਕ ਹੈ, ਓਨਰ ਨੇ ਗੁड्स ਮਤਲਬ ਸਪੋਜ਼ ਕਰੋ ਉਹਨੇ ਸ਼ੂਜ਼ ਦਾ ਕੰਮ ਕਰਦਾ ਸੀ, ਕੁਛ ਸ਼ੂਜ਼ ਉਹ ਘਰ ਲੈ ਗਿਆ, ਉਹ, ਠੀਕ ਹੈ ਨਾ ਫਰੈਂਡਸ। ਜਦੋਂ ਕੁਛ ਸ਼ੂਜ਼ ਘਰ ਲੈ ਗਿਆ ਤਾਂ ਫਿਰ ਡੋਮੈਸਟਿਕ ਯੂਜ਼ ਲਈ ਉਹਨੇ ਯੂਜ਼ ਕੀਤਾ। ਡੋਮੈਸਟਿਕ ਮਤਲਬ ਉਹਨੇ ਆਪਣੇ ਘਰ ਲਈ ਯੂਜ਼ ਕੀਤਾ, ਠੀਕ ਹੈ, ਬਿਜ਼ਨਸ ਲਈ ਯੂਜ਼ ਨਹੀਂ ਕੀਤਾ। ਉਸਨੂੰ ਆਪਾਂ ਕੀ ਕਹਾਇਆ ਜਾਏਗਾ? ਕੈਪੀਟਲ ਕਹਾਇਆ ਜਾਏਗਾ, ਡਰਾਇੰਗ ਕਹਾਇਆ ਜਾਏਗਾ, ਲਾਇਬਿਲਿਟੀ ਕਹਾਇਆ ਜਾਏਗਾ, ਡੈਟਸ ਕਹਾਇਆ ਜਾਏਗਾ। ਇਹਨੂੰ ਆਪਾਂ ਕਹਾਵਾਂਗੇ ਡਰਾਇੰਗਸ, ਕਿਉਂਕਿ ਤੁਹਾਨੂੰ ਦੱਸਿਆ ਇਹ 'ਚ ਬਿਜ਼ਨਸ ਐਂਟੀਟੀ ਕਨਸੈਪਟ ਲੱਗ ਰਿਹਾ। ਪਰਸਨ ਦਾ, ਓਨਰ ਦਾ ਆਪਣਾ ਖਰਚਾ ਅਤੇ ਬਿਜ਼ਨਸ ਦਾ ਖਰਚਾ ਅਲੱਗ-ਅਲੱਗ ਹੁੰਦਾ ਹੈ। ਜੇ ਉਹ ਬਿਜ਼ਨਸ 'ਚੋਂ ਪੈਸਾ ਲੈ ਕੇ ਜਾਂਦਾ ਹੈ ਜਾਂ ਕੁਝ ਲੈ ਕੇ ਜਾਂਦਾ ਹੈ, ਉਹਦੀ ਲਾਇਬਿਲਿਟੀ ਹੈ, ਉਹਦਾ ਇੱਕ ਐਕਸਪੈਂਸ ਹੈ, ਉਹਨੂੰ ਪੇ ਕਰਨਾ ਹੀ ਪਏਗਾ, ਠੀਕ ਹੈ। ਭਾਵੇਂ ਉਹ ਅਕਾਊਂਟਸ ਨੂੰ ਦਿਖਾਉਣਾ, ਸ਼ੋਅ ਕਰਨਾ ਹੀ ਪਏਗਾ। ਤਾਂ ਉਹ ਇੱਕ ਤਰ੍ਹਾਂ ਦੀ ਡਰਾਇੰਗਸ ਹੈ, ਠੀਕ ਹੈ ਫਰੈਂਡਸ। ਡਰਾਇੰਗ ਇੱਕ ਤਰ੍ਹਾਂ ਦੀ ਐਕਸਪੈਂਸਿਸ ਹੈ, ਇੱਕ ਤਰ੍ਹਾਂ ਦਾ ਨੋਮੀਨਲ ਅਕਾਊਂਟ ਹੈ। ਤਾਂ ਬੀ ਆਪਸ਼ਨ ਲੱਗ ਜਾਏਗਾ। ਅਗਲਾ ਕੁਐਸਚਨ ਹੈ, ਅਕਾਊਂਟਸ ਕੀ ਰਿਕਾਰਡ ਕਰਦਾ ਹੈ? ਮੋਨੀਟਰੀ ਆਈਟਮਸ ਰਿਕਾਰਡ ਕਰਦਾ ਹੈ, ਨੋਨ ਮੋਨੀਟਰੀ ਆਈਟਮਸ ਰਿਕਾਰਡ ਕਰਦਾ ਹੈ, ਬੋਥ ਆਫ ਦੀ ਅਬਵ ਕਰਦਾ ਹੈ, ਨਨ ਆਫ ਦਿਸ ਕਰਦਾ ਹੈ? ਜਲਦੀ ਦੱਸੋ। ਇਹ ਅਕਾਊਂਟੈਂਸੀ ਰਿਕਾਰਡ ਮਤਲਬ ਹਾਊ ਟੂ ਡੂ ਅਕਾਊਂਟਿੰਗ। ਰੂਲਸ ਰੈਗੂਲੇਸ਼ਨ ਦੱਸੇ ਸੀ ਨਾ ਪਹਿਲੇ ਲੈਕਚਰ ਵਿੱਚ। ਹਾਊ ਅਕਾਊਂਟਿੰਗ ਕਿਹਨੂੰ ਕਹਿੰਦੇ ਹੈ, ਅਕਾਊਂਟੈਂਸੀ ਕਿਹਨੂੰ ਕਹਿੰਦੇ ਆ, ਅਤੇ ਅਕਾਊਂਟ ਕਿਹਨੂੰ ਕਹਿੰਦੇ ਆ। ਅਕਾਊਂਟੈਂਸੀ ਮਤਲਬ ਹਾਊ ਟੂ ਡੂ ਅਕਾਊਂਟਿੰਗ, ਰੂਲਸ ਐਂਡ ਰੈਗੂਲੇਸ਼ਨ ਬਾਰੇ ਗੱਲ ਕਰਦੇ। ਉਹ ਕੀ ਰਿਕਾਰਡ ਕਰੇਗਾ? ਜਿਹੜੀ ਅਕਾਊਂਟੈਂਸੀ ਕੀ ਰਿਕਾਰਡ ਕਰੇਗੀ? ਨੋਨ ਮੋਨੀਟਰੀ ਆਈਟਮਸ ਕਰੇਗੀ, ਮੋਨੀਟਰੀ ਆਈਟਮਸ ਕਰੇਗੀ, ਬੋਥ ਆਫ ਦੀ ਅਬਵ ਕਰੇਗੀ, ਜਾਂ ਨਨ ਆਫ ਦੀਸ ਕਰੇਗੀ? ਜਲਦੀ ਦੱਸੋ। ਉਹ ਕਰੇਗੀ ਮੋਨੀਟਰੀ ਆਈਟਮਸ, ਠੀਕ ਹੈ ਨਾ। ਨੋਨ ਮੋਨੀਟਰੀ ਆਈਟਮ ਤਾਂ ਆਪਾਂ ਲੈਂਦੇ ਹੀ ਨਹੀਂ। ਮਨੀ ਮਾਈਅਰ ਕੰਸੈਪਟ ਲੱਗ ਗਿਆ ਨਾ ਉਰੇ। ਤੁਹਾਨੂੰ ਮੈਂ ਜਦੋਂ ਕੰਸੈਪਟਸ ਪੜ੍ਹਾਏ ਸੀ ਉਹਦੇ ਵਿੱਚ ਮਨੀ ਮਾਈਅਰ ਕੰਸੈਪਟ ਇਹ ਕਹਿੰਦਾ ਕਿ ਆਪਾਂ ਜਿੰਨੀਆਂ ਵੀ ਆਪਾਂ ਨੇ ਵੈਲਿਊਜ਼ ਲੈਣੀਆਂ ਉਹ ਮਨੀ ਵਿੱਚ ਉਹਦਾ ਹੋਣਾ ਜ਼ਰੂਰੀ ਹੈ। ਨੋਨ ਮਨੀ ਵਾਲੀ ਨਹੀਂ ਲੈਣੀ ਆਪਾਂ ਨੇ, ਠੀਕ ਹੈ ਨਾ। ਟ੍ਰਾਂਜੈਕਸ਼ਨ ਬਿਲਕੁਲ ਨਹੀਂ ਲੈਣੀ ਆਪਾਂ ਨੇ। ਅਕਾਊਂਟ ਉਹੀ ਮਨੀ ਮਾਈਅਰ 'ਚ ਜਿਹੜੀ ਵੈਲਿਊ ਹੋਏਗੀ, ਜਿੱਦਾਂ ਮਨੀ 'ਚ ਲੈਣਾ ਦੇਣਾ ਹੋਏਗਾ ਉਹੀ ਚੀਜ਼ ਰਿਕਾਰਡ ਕਰੇਗਾ ਅਕਾਊਂਟ। ਹੋਏਗਾ ਮਤਲਬ ਪ੍ਰੈਜੈਂਟ 'ਚ ਹੋ ਰਿਹਾ ਜਾਂ ਫਿਊਚਰ 'ਚ ਹੋਏਗਾ। ਮਤਲਬ ਕਿ ਕੋਈ ਆਪਾਂ ਉਧਾਰੀ 'ਤੇ ਚੀਜ਼ ਲਿੱਤੀ, ਅੱਗੇ ਉਹ ਪੈਸਾ ਆਪਾਂ ਨੇ ਪੇ ਕਰਨਾ। ਜੇ ਆਪਾਂ ਨੇ ਕਿਸੇ ਨੂੰ ਉਧਾਰ ਦਿੱਤਾ ਤਾਂ ਅੱਗੇ ਸਾਨੂੰ ਪੈਸਾ ਪੇ ਕਰੇਗਾ। ਐਸੀਆਂ ਟ੍ਰਾਂਜੈਕਸ਼ਨਾਂ ਹੀ ਰਿਕਾਰਡ ਹੋਣਗੀਆਂ, ਠੀਕ ਹੈ ਨਾ ਫਰੈਂਡਸ। ਉਰੇ ਆਏਗਾ ਇਹ ਆਪਸ਼ਨ ਮੋਨੀਟਰੀ ਆਈਟਮਸ। ਅਗਲਾ ਕੁਐਸਚਨ ਹੈ, ਓਵਰਡਰਾਫਟ ਆਫ ਦੀ ਪਾਸਬੁੱਕ ਮੀਨਸ। ਓਵਰਡਰਾਫਟ ਆਫ ਦੀ ਪਾਸਬੁੱਕ ਦਾ ਕੀ ਮੀਨ ਹੋਏਗਾ? ਡੈਬਿਟ ਬੈਲੈਂਸ ਹੋਏਗਾ, ਕ੍ਰੈਡਿਟ ਬੈਲੈਂਸ ਹੋਏਗਾ, ਕੀ ਹੋਏਗਾ? ਜਲਦੀ ਦੱਸੋ। ਓਵਰਡਰਾਫਟ ਤੁਹਾਨੂੰ ਮੈਂ ਸਮਝਾਇਆ ਸੀ ਕੈਸ਼ ਬੁੱਕ ਵਿੱਚ। ਕੈਸ਼ ਬੁੱਕ ਦਾ ਵੀ ਡੈਬਿਟ ਬੈਲੈਂਸ ਹੁੰਦਾ, ਬੈਂਕ ਦਾ ਵੀ ਡੈਬਿਟ ਬੈਲੈਂਸ ਹੁੰਦਾ। ਬੈਂਕ ਦਾ ਕਦੀ ਕ੍ਰੈਡਿਟ ਬੈਲੈਂਸ ਵੀ ਹੋ ਸਕਦਾ ਕਿਉਂਕਿ ਓਵਰਡਰਾਫਟ ਹੋ ਰਿਹਾ। ਜੇ ਓਵਰਡਰਾਫਟ ਹੋ ਰਿਹਾ ਤਾਂ ਉਹ ਕ੍ਰੈਡਿਟ ਬੈਲੈਂਸ ਵੀ ਹੋ ਸਕਦਾ।
हो सकता है ना क्रेडिट बैलेंस। जो क्रेडिट बैलेंस हो सकता है तो ओवरड्राफ्ट उरे की कहना चाह रहे हैं, उरे उन्हें वही पूछ लिया कि डेबिट बैलेंस होएगा क्रेडिट बैलेंस होएगा, उरे किहड़ा ऑप्शन आ जाएगा बी। ਹੁਣ ਤੁਹਾਨੂੰ ਮੈਂ ਦੱਸਦਾ ਓਵਰਡਰਾਫਟ ਕੀ ਹੁੰਦਾ। ਓਵਰਡਰਾਫਟ ਹੁੰਦਾ ਕਿ ਜਦੋਂ ਬੈਂਕ ਤੁਹਾਡੇ ਖਾਤੇ 'ਚ ਪੈਸੇ ਨਹੀਂ ਹੈ ਮਗਰ ਉਹ ਤੁਹਾਡੇ ਅਕਾਊਂਟ 'ਚ ਪੈਸੇ ਪਾ ਦਿੰਦਾ ਤੁਹਾਡੀ ਰੈਪੂਟੇਸ਼ਨ ਦੇਖ ਕੇ, ਤੁਹਾਡੀ ਵੈਲਿਊ ਦੇਖ ਕੇ, ਤੁਹਾਡੇ ਖਰਚਾ ਕਰਨ ਲਈ ਤੁਹਾਨੂੰ ਮਤਲਬ ਕਿ ਤੁਸੀਂ ਤੁਹਾਡੀ ਟ੍ਰਾਂਜੈਕਸ਼ਨ ਅੱਛੀ ਹੈ, ਤੁਹਾਡੇ ਕਿਤੋਂ ਤੁਹਾਡੇ ਪੈਸੇ ਖਤਮ ਹੋ ਗਏ ਤਾਂ ਉਹ ਓਵਰਡਰਾਫਟ ਕਰ ਦੇਗਾ, ਤੁਹਾਡੇ ਖਾਤੇ 'ਚ ਪੈਸੇ ਪਾ ਦੇਗਾ ਕਿ ਤੁਸੀਂ ਯੂਜ਼ ਕਰ ਸਕਦੇ ਹੋ, ਬਾਅਦ 'ਚ ਤੁਸੀਂ ਦੇ ਦਿਓ। ਤੁਹਾਡੀ ਇੱਕ ਰੈਪੂਟੇਸ਼ਨ ਦੇਖ ਕੇ, ਤੁਹਾਡਾ ਵਿਹਾਰ ਚੰਗਾ ਹੈ ਜਾਂ ਤੁਹਾਡੇ ਬਿਜ਼ਨਸ ਜਿਹੜੀ ਟ੍ਰਾਂਜੈਕਸ਼ਨਸ ਹੋ ਰਹੀਆਂ, ਤੁਹਾਡਾ ਲੈਣਾ ਦੇਣਾ ਚੰਗਾ, ਬੈਂਕ ਵਿੱਚ ਤੁਹਾਡੇ ਖਾਤੇ ਦਾ ਲੈਣਾ ਦੇਣਾ ਚੰਗਾ, ਤੁਹਾਡੀ ਅੱਛੀ ਟ੍ਰਾਂਜੈਕਸ਼ਨ ਹੋ ਰਹੀ, ਆ ਰਿਹਾ ਜਾ ਰਿਹਾ ਪੈਸਾ ਆ ਰਿਹਾ, ਤੁਹਾਨੂੰ ਉਸ ਨੂੰ ਦੇਖ ਕੇ ਓਡੀ ਦੇ ਦਿੰਦਾ ਤੁਹਾਨੂੰ। ਓਡੀ ਮਤਲਬ ਓਵਰਡਰਾਫਟ, ਇਹ ਆਪਾਂ ਉਹਨੂੰ ਸ਼ੋਰਟ ਟਰਮ 'ਚ ਕਵਾਂਗੇ। ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ट्रायल बैलेंस इज अ स्टेटमेंट। ट्रायल बैलेंस स्टेटमेंट है क्या, एक्चुअल से स्टेटमेंट है, ट्रू है या फॉल्स है, दसो। ट्रायल बैलेंस स्टेटमेंट है या नहीं है। यस, ट्रायल बैलेंस स्टेटमेंट है, एक तरह की कली स्टेटमेंट ही है जो एक्यूरेसी चैक करती है, लैजर तो जनरल की एक्यूरेसी चैक करती है कि एक्चुअल से जी ट्रांजैक्शन जनरल में हुई है वो पोस्टिंग लैजर सही हुई है, तो जी पोस्टिंग लैजर सही हुई है वो ट्रांजैक्शन जनरल में सही हुई है। ਉਹਦੀ ਐਕੂਰੇਸੀ ਚੈੱਕ ਕਰਨ ਲਈ ਹੀ ਡੈਬਿਟ ਅਤੇ ਕ੍ਰੈਡਿਟ ਦਾ ਟੋਟਲ ਕੀਤਾ ਜਾਂਦਾ ਟ੍ਰਾਇਲ ਬੈਲੈਂਸ ਵਿੱਚ। ਠੀਕ ਹੈ ਨਾ, ਜਦੋਂ ਡੈਬਿਟ ਸਾਈਡ ਦਾ ਅਤੇ ਡੈਬਿਟ ਅਤੇ ਕ੍ਰੈਡਿਟ ਅਮਾਊਂਟਸ ਦਾ ਟੋਟਲ ਕੀਤਾ ਜਾਂਦਾ। ਇਹ ਡੈਬਿਟ ਸਾਈਡ, ਇਹ ਕ੍ਰੈਡਿਟ ਸਾਈਡ, ਇਹਦਾ ਟੋਟਲ ਸੇਮ ਆਉਣਾ ਚਾਹੀਦਾ ਹਮੇਸ਼ਾ। ਠੀਕ ਹੈ, ਉਸ ਨੂੰ ਹੀ ਕਹਿੰਦੇ ਆ। ਠੀਕ ਹੈ, ਇੱਕ ਤਰ੍ਹਾਂ ਦੀ ਇਕੱਲੀ ਸਟੇਟਮੈਂਟ ਹੈ, ਫਾਈਨੈਂਸ਼ੀਅਲ ਸਟੇਟਮੈਂਟ ਨਹੀਂ ਹੈ। ਫਾਈਨੈਂਸ਼ੀਅਲ ਸਟੇਟਮੈਂਟ ਆਪਣੀਆਂ ਟ੍ਰੇਡਿੰਗ ਐਂਡ ਪੀਐਲ ਅਕਾਊਂਟ ਹੋਏਗਾ ਅਤੇ ਕੀ ਹੋਏਗਾ, बैलेंस शीट होएगा। जो कोई मैन्युफैक्चरिंग कंपनी है मैन्युफैक्चरिंग अकाउंट होएगा, ट्रेडिंग अकाउंट होएगा, पीएल अकाउंट होएगा, बैलेंस शीट होएगी। ठीक है फ्रेंड्स, तो उरे ए ऑप्शन आ जाएगा। अगला क्वेश्चन है कॉन्ट्रा एंट्री। कॉन्ट्रा एंट्री आप किन्नू कहांगे। कॉन्ट्रा एंट्री होंदी है जो आप कैश बुक आप पढ़िया सी, डबल कॉलम कैश बुक पढ़िया सी, उस कैश ते बैंक की गल की सी। तो सपोज करो तुसी बैंक च पैसे जमा कराए तो कैश में की करोगे, कैश से कहोगे ना कि बैंक अकाउंट डेबिट, बैंक च पैसा आ गया टू कैश, पैसा हथ हो गया, माइनस होया कैश चों बैंक च आ गया प्लस हो गया। ठीक है, तो सपोज करो तुमने बैंक चों पैसे कढ़ाए, दूजी एंट्री, जो बैंक चों पैसे कढ़ाए तो की किया तुमने, कैश आया तुहाडे कोल, कैश प्लस होएगा, डेबिट करोगे, टू की करोगे। ठीक है, टू बैंक करोगे, बैंक चों पैसा गया तुहाडे कोल आया, ये होगी कॉन्ट्रा एंट्री। एक पासों पैसा आना बैंक चों ते अपने हथों कैश जाना, मतलब कि कॉन्ट्रा एंट्री। जे डिपोजिट करा रहे हो पैसा तो साढ़े कैश जो साढ़े को कैश च बैलेंस पे है उच्चों माइनस हो जाएगा, जे बैंक चों कढ़ा रहे हो तो साढ़े कैश च प्लस हो जाएगा, बैंक च माइनस हो जाएगा। वही कहना चाह रहा है कि कॉन्ट्रा एंट्री की हमेशा डबल इफैक्ट होता है। ठीक है ना फ्रेंड्स, डेबिट साइड पर भी होएगा, क्रेडिट साइड पर भी होएगा। डेबिट साइड तो इसलिए होएगा कि जो साढ़े को कुछ बैंक च आया या कैश च आया, तो क्रेडिट साइड इस करके होएगा या कैश चो गया या बैंक चो गया। ठीक है, वो उस पर्टिकुलर एंट्री के हिसाब से होएगा। ठीक है स्टूडेंट्स, जिन्होंने हले भी नहीं समझ आया वो कैश बुक वाला मेरा लैक्चर जरूर देखण। ठीक है ना फ्रेंड्स। अगला क्वेश्चन है कैश परचेसिस ऑफ गुड्स फ्रॉम चरण। आपने कैश परचेज किए हैं गुड्स चरण तो, और की गल होगी, कैश परचेज किए हैं, गुड्स किए हैं, चरण तो किए हैं। आप तो हम चरण तो कोई लेना देना नहीं क्योंकि अपने कैश परचेज कर ले। जो क्रेडिट परचेज किए होंगे तो साडा चरण लेना देना होंगे। आप की करांगे, परचेसिस अकाउंट उरे की कहना चाह रहा है शुड बी डेबिटेड टू, शुड मैं पहले कहता सॉरी, शुड बी डेबिटेड टू। डेबिटेड टू आप किन्नू डेबिट करांगे, चरणस अकाउंट में करांगे, कैश अकाउंट में करांगे, परचेस अकाउंट में करांगे, स्टॉक अकाउंट में करांगे, दसो। उरे आप ना तो चरण अकाउंट में करांगे, ना स्टॉक अकाउंट में करांगे, ना कैश अकाउंट में करांगे, परचेसिस अकाउंट में करांगे। कभी कोई गुड्स आप खरीदते हैं वो हमेशा परचेसिस के नाम तो ही होंगे, गुड्स के नाम तो नहीं होंदियां। पहली गल तो ये, दूजी गल परचेसिस अकाउंट आप डेबिट करांगे। ये रीयल अकाउंट आ गया, डेबिट वर्ड्स कम्स इन, सो साढ़े को माल आया, परचेसिस की आपने, साढ़े हथों की गया, कैश गया माइनस किया, क्रेडिट वर्ड्स गोज आउट, डेट इज द कैश गया, कैश माइनस हो गया। ठीक है ना फ्रेंड्स, तो कैश माइनस हो गया, परचेसिस प्लस हो गया। तो यही है। ठीक है ना फ्रेंड्स, तो परचेसिस अकाउंट डेबिट होएगा, सी ऑप्शन आ जाएगा। अगला क्वेश्चन है इन ट्रायल बैलेंस कैश इन हैंड विल इंडिकेट। कैश इन हैंड आ रहा है अपने को। ठीक है, जो कैश इन हैंड है वो डेबिट बैलेंस होएगा, क्रेडिट बैलेंस होएगा, इफ कुड बी एनी, उन्होंने दोनों चो कोई भी, या नन ऑफ दी अबव होएगा, या कोई भी नहीं है, दसो। कैश इन हैंड होंदा है
ਪੈਟੀ ਕੈਸ਼ ਤੁਹਾਨੂੰ ਮੈਂ ਪਹਿਲੇ ਦੱਸ ਦਵਾਂ, ਇਹ ਪੈਟੀ ਕੈਸ਼ ਹੁੰਦਾ ਸਾਲ ਦੇ ਅੰਤ ਵਿੱਚ ਜਦੋਂ ਪੈਸਾ ਬਚ ਜਾਂਦਾ ਉਸ ਨੂੰ ਕਹਿੰਦੇ ਨੇ ਕੈਸ਼ ਇਨ ਹੈਂਡ। ਸ਼ੁਰੂਆਤ 'ਚ ਇਹ ਪੈਟੀ ਕੈਸ਼ ਹੁੰਦਾ ਜੋ ਸਾਨੂੰ ਮਾਲ ਜਦੋਂ ਸਾਨੂੰ ਪੈਸਾ ਮਿਲਦਾ ਇਸ ਸਾਲ ਦੇ ਸ਼ੁਰੂਆਤ ਵਿੱਚ ਪੈਸਾ ਪੂਰੇ ਸਾਲ ਲਈ ਖਰਚਾ ਕਰਨ ਲਈ, ਛੋਟੇ ਛੋਟੇ ਐਕਸਪੈਂਸਿਸ ਖਰਚਾ ਕਰਨ ਲਈ। ਠੀਕ ਹੈ ਨਾ ਫਰੈਂਡਸ, ਠੀਕ ਹੈ ਨਾ, ਆਪਾਂ ਨੂੰ ਕੈਸ਼ ਇਨ ਹੈਂਡ ਮਿਲਦਾ। ਠੀਕ ਹੈ ਨਾ, ਕੈਸ਼ ਇਨ ਹੈਂਡ ਕੀ ਹੁੰਦਾ ਜਦੋਂ ਸਾਲ ਦੇ ਅੰਤ ਵਿੱਚ ਸਾਡੇ ਕੋਲ ਇੰਨਾ ਪੈਸਾ ਬਚ ਜਾਂਦਾ। ਪੈਟੀ ਕੈਸ਼ ਬੁੱਕ ਮੈਂ ਤੁਹਾਨੂੰ ਪੜ੍ਹਾਇਆ ਸੀ ਨਾ, ਜੋ ਸਾਲ ਦੇ ਅੰਤ ਵਿੱਚ ਬਚ ਜਾਂਦਾ ਉਹ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ। ਇਹ ਆਪਸ਼ਨ ਆ ਜਾਏਗਾ ਡੈਬਿਟ ਬੈਲੈਂਸ। ਕੈਸ਼ ਇਨ ਹੈਂਡ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ। ਇਹ ਆਪਾਂ ਕਿੱਥੇ ਦਿਖਾਈਦਾ ਹੁੰਦਾ, ਬੈਲੈਂਸ ਸ਼ੀਟ ਵਿੱਚ ਆਪਾਂ ਕ੍ਰੈਡਿਟ ਸਾਈਡ 'ਤੇ ਦਿਖਾਈਦਾ ਹੁੰਦਾ। ਕ੍ਰੈਡਿਟ ਸਾਈਡ ਮਤਲਬ ਦੋ ਸਾਈਡ ਹੁੰਦੀ ਹੈ ਬੈਲੈਂਸ ਸ਼ੀਟ ਦੀਆਂ, ਇੱਕ ਵਾਰ ਤੁਹਾਨੂੰ ਮੈਂ ਦੱਸ ਦੇਣਾ, ਤੁਹਾਨੂੰ ਅੱਗੇ ਕਰਾਵਾਂਗੇ। ਇਹ ਲਾਇਬਿਲਿਟੀ ਸਾਈਡ ਹੁੰਦੀ ਹੈ, ਇਹ ਐਸੈਟ ਸਾਈਡ ਹੁੰਦੀ ਹੈ। ਇਹਦੀ ਸਾਈਡ ਆਪਾਂ ਦਿਖਾਉਂਦੇ ਕੈਸ਼ ਇਨ ਹੈਂਡ ਇਨ ਕਰੰਟ ਐਸੈਟ। ਕਰੰਟ ਐਸੈਟ ਮਤਲਬ ਕਿ ਇੱਕ ਸਾਲ ਦੇ ਅੰਦਰ ਜਿਹਦੀ ਟ੍ਰਾਂਜੈਕਸ਼ਨ ਹੁੰਦੀ ਰਹਿੰਦੀ, ਮਤਲਬ ਕਿ ਜਿਹਦੀ ਐਕਸਚੇਂਜ ਹੋ ਜਾਂਦਾ, ਪੈਸਾ ਆਉਂਦਾ ਜਾਂਦਾ। ਮਸ਼ੀਨਰੀ ਕੀ ਹੋਗੀ, ਫਿਕਸ ਐਸੈਟ, ਲੌਂਗ ਟਰਮ ਲਈ ਹੈ। ਠੀਕ ਹੈ ਨਾ, ਜਾਂ ਤਾਂ ਸੇਲ ਹੋਏਗੀ ਜਾਂ ਤਾਂ ਐਡ ਹੋਏਗਾ। ਠੀਕ ਹੈ ਨਾ, ਠੀਕ ਹੈ ਨਾ ਫਰੈਂਡਸ, ਤਾਂ ਆਪਾਂ ਇਹ ਹਮੇਸ਼ਾ ਡੈਬਿਟ ਬੈਲੈਂਸ ਹੋਏਗਾ। ਇਹ ਆਪਸ਼ਨ ਆ ਜਾਏਗਾ ਡੈਬਿਟ ਬੈਲੈਂਸ। ਅਗਲਾ ਕੁਐਸਚਨ ਹੈ ਕਲੋਜ਼ਿੰਗ ਸਟਾਕ ਇਜ਼ ਰਿਕਾਰਡਡ ਇਨ। ਕਲੋਜ਼ਿੰਗ ਸਟਾਕ ਜਿਹੜਾ ਆਪਾਂ ਰਿਕਾਰਡ ਕਰਦੇ ਹਾਂ ਕਿਹਦੇ ਉੱਪਰ ਰਿਕਾਰਡ ਕਰਦੇ ਹਾਂ, ਮਤਲਬ ਕਿੱਥੇ ਰਿਕਾਰਡ ਕਰਦੇ ਹਾਂ ਆਪਾਂ, ਬੈਲੈਂਸ ਸ਼ੀਟ ਐਂਡ ਟ੍ਰੇਡਿੰਗ ਅਕਾਊਂਟ 'ਚ ਰਿਕਾਰਡ ਕਰਦੇ ਹਾਂ, ਕੱਲਾ ਬੈਲੈਂਸ ਸ਼ੀਟ ਓਨਲੀ 'ਚ ਕਰਦੇ ਹਾਂ, ਪੀਰੀਅਡ ਅਕਾਊਂਟ 'ਚ ਓਨਲੀ 'ਚ ਕਰਦੇ ਹਾਂ, ਨਨ ਆਫ ਦੀ ਅਬਵ 'ਚ ਕਰਦੇ ਹਾਂ, ਦੱਸੋ। ਇਹ ਆਪਾਂ ਹਮੇਸ਼ਾ ਕਰਦੇ ਹਾਂ ਬੈਲੈਂਸ ਸ਼ੀਟ ਐਂਡ ਟ੍ਰੇਡਿੰਗ ਅਕਾਊਂਟ 'ਚ। ਟ੍ਰੇਡਿੰਗ ਅਕਾਊਂਟ 'ਚ ਤੁਹਾਨੂੰ ਮੈਂ ਦੱਸਿਆ ਸੀ, ਇਹਦੀ ਅੱਗੇ ਕੁਐਸਚਨ ਵੀ ਆਏਗਾ, ਉਦੋਂ ਤੋਂ ਤੁਹਾਨੂੰ ਸਮਝ ਆ ਜਾਏਗਾ ਕਿ ਆਪਾਂ ਕਲੋਜ਼ਿੰਗ ਸਟਾਕ ਕਿਉਂ ਪਾਉਂਦੇ ਹਾਂ। ਅਤੇ ਬੈਲੈਂਸ ਸ਼ੀਟ 'ਚ ਵੀ ਪਾਉਂਦੇ ਹਾਂ। ਬੈਲੈਂਸ ਸ਼ੀਟ 'ਚ ਨਾ ਇਹ ਲਾਇਬਿਲਿਟੀ ਸਾਈਡ ਹੈ, ਇਹ ਐਸੈਟ ਸਾਈਡ ਹੈ। ਆਪਾਂ ਐਸੈਟ ਸਾਈਡ ਪਾਉਂਦੇ ਹਾਂ, ਕਰੰਟ ਐਸੈਟ ਦੇ ਅੰਦਰ ਪਾਉਂਦੇ ਹਾਂ ਆਪਾਂ। ਕਰੰਟ ਐਸੈਟ ਦਾ ਕੋਲਮ ਬਣਾ ਕੇ ਨਾ ਉਹਦੇ ਅੰਦਰ ਪਾਉਂਦੇ ਹਾਂ ਆਪਾਂ। ਠੀਕ ਹੈ ਨਾ, ਕਰੰਟ ਐਸੈਟ ਦੇ ਅੰਡਰ ਹੁੰਦਾ ਹੈ, ਮਤਲਬ ਕਿ ਕੈਸ਼ ਇਨ ਹੈਂਡ, ਕਲੋਜ਼ਿੰਗ ਸਟਾਕ। ਠੀਕ ਹੈ ਨਾ, ਉਸਦੇ ਅੰਡਰ ਆਉਂਦਾ ਕਿਉਂਕਿ ਕਲੋਜ਼ਿੰਗ ਸਟਾਕ ਹੈ, ਇੱਕ ਸਾਲ ਦੀ ਗੱਲ ਹੋ ਰਹੀ ਹੈ। ਕਲੋਜ਼ਿੰਗ ਸਟਾਕ ਕਰੰਟ ਐਸੈਟ ਹੋ ਗਿਆ ਨਾ, ਤਾਂ ਬੈਲੈਂਸ ਸ਼ੀਟ 'ਚ ਵੀ ਸ਼ੋਅ ਕਰੀਦਾ, ਟ੍ਰੇਡਿੰਗ ਅਕਾਊਂਟ 'ਚ ਵੀ ਸ਼ੋਅ ਕਰੀਦਾ। ਟ੍ਰੇਡਿੰਗ ਅਕਾਊਂਟ 'ਚ ਕਿਵੇਂ ਸ਼ੋਅ ਕਰੀਦਾ ਉਹ ਅੱਗੇ ਜਿਹੜਾ ਕੁਐਸਚਨ ਆਏਗਾ ਤੁਹਾਨੂੰ ਮੈਂ ਦੱਸਾਂ। ਠੀਕ ਹੈ ਨਾ, ਤਾਂ ਇਹ ਆਪਸ਼ਨ ਆ ਜਾਏਗਾ ਉਰੇ। ਅਗਲਾ ਕੁਐਸਚਨ ਹੈ ਇਨ ਸਟੇਟ ਲਾਈਨ ਮੈਥਡ ਡੈਪਰੀਸ਼ਨ ਇਜ਼ ਪ੍ਰੋਵਾਈਡਡ ਐਟ ਇਕੁਅਲ ਅਮਾਊਂਟ। ਡੈਪਰੀਸ਼ਨ ਜਿਹੜੀ ਆਪਾਂ ਪ੍ਰੋਵਾਈਡ ਕਰਦੇ ਹਾਂ ਉਹ ਇਕੁਅਲ ਅਮਾਊਂਟ 'ਤੇ ਕਰਦੇ ਹਾਂ ਆਪਾਂ। ਇਹ ਮਤਲਬ ਟਰੂ ਹੈ ਜਾਂ ਫੋਲਸ ਹੈ। ਸਟੇਟ ਲਾਈਨ ਮੈਥਡ ਇਹ ਕਹਿੰਦਾ ਕਿ ਜਿਹੜੀ ਡੈਪਰੀਸ਼ਨ ਹਰੇਕ ਸਾਲ ਇੱਕੋ ਹੀ ਅਮਾਊਂਟ ਹੁੰਦੀ ਹੈ। ਜੇ ਤੁਸੀਂ 50,000 ਦੀ ਬਾਈਕ ਖਰੀਦੀ ਤਾਂ 10% ਜਿਹੜੀ ਡੈਪਰੀਸ਼ਨ ਲੱਗੀ ਪਹਿਲੇ ਸਾਲ ਉਹ ਹਰੇਕ ਸਾਲ ਲੱਗੀ ਜਾਏਗੀ, ਭਾਵੇਂ 10 ਸਾਲ ਚੱਲੇ 15 ਸਾਲ ਚੱਲੇ, ਉਹਦੀ ਵੈਲਿਊ ਲੱਗੀ ਜਾਏਗੀ ਜਦ ਉਹਦੀ ਇੱਕ ਤਰ੍ਹਾਂ ਦੀ ਰੈਜ਼ੀਡੂਅਲ ਵੈਲਿਊ ਨਹੀਂ ਆ ਜਾਂਦੀ। ਠੀਕ ਹੈ ਨਾ, ਉਦੋਂ ਤੱਕ ਉਸਦੀ ਵੈਲਿਊ ਸੇਮ ਲੱਗੀ ਜਾਏਗੀ। ਡੈਪਰੀਸ਼ਨ ਦੀ ਘਸਾਵਟ ਦੀ ਵੈਲਿਊ ਸੇਮ ਲੱਗੀ ਜਾਏਗੀ। ਠੀਕ ਹੈ ਨਾ, ਜੇ ਉਹ ਸੇਮ ਲੱਗੀ ਜਾ ਰਹੀ ਹੈ ਤਾਂ ਉਸ ਨੂੰ ਕਹਿੰਦੇ ਸਟੇਟ ਲਾਈਨ ਮੈਥਡ ਵਿੱਚ ਡੈਪਰੀਸੀਏਸ਼ਨ ਪ੍ਰੋਵਾਈਡਡ ਆਪਾਂ ਕਰਾ ਰਹੇ ਹਾਂ, ਤਾਂ ਇਹ ਇੱਕ ਤਰ੍ਹਾਂ ਨਾਲ ਟਰੂ ਹੈ। ਸੇਮ ਪ੍ਰੋਵਾਈਡ ਕਰਾ, ਇਕੁਅਲ ਅਮਾਊਂਟ, ਇੱਕੋ ਹੀ ਅਮਾਊਂਟ ਹੈ। ਤੁਹਾਨੂੰ ਪਿਛਲੇ ਲੈਕਚਰ 'ਚ ਗ੍ਰਾਫ ਦੁਆਰਾ ਵੀ ਸਮਝਾਇਆ ਸੀ। ਠੀਕ ਹੈ ਨਾ, ਜੇ ਤੁਹਾਨੂੰ ਤਾਂ ਵੀ ਨਹੀਂ ਸਮਝ ਆਇਆ ਤੁਸੀਂ ਕਮੈਂਟ ਕਰਿਓ, ਮੈਂ ਉਹਦਾ ਰਿਪਲਾਈ ਜ਼ਰੂਰ ਕਰਾਂਗਾ। ਠੀਕ ਹੈ ਨਾ ਫਰੈਂਡਸ, ਨਹੀਂ ਤਾਂ ਆਉਣ ਵਾਲੇ ਲੈਕਚਰ 'ਚ ਫਿਰ ਦੁਬਾਰਾ ਸਮਝਾ ਦਾਂਗਾ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ ਡਾਇਰੈਕਟ ਐਕਸਪੈਂਸਿਸ ਕਮਸ ਇਨ। ਡਾਇਰੈਕਟ ਐਕਸਪੈਂਸਿਸ ਕਿਸ ਦੇ ਅੰਡਰ ਆਉਂਦੇ ਨੇ। ਠੀਕ ਹੈ ਨਾ ਫਰੈਂਡ, ਤੁਹਾਨੂੰ ਪਿੱਛੇ ਸਮਝਾਇਆ ਸੀ, ਜੇ ਤੁਹਾਨੂੰ ਨਹੀਂ ਰਿਵੀਜ਼ਨ ਹੈਗੀ ਤਾਂ ਮੈਂ ਤੁਹਾਨੂੰ ਕਰਾ ਦਾਂਗਾ, ਤੁਹਾਨੂੰ ਕਰਾ ਦੇਣਾ ਹੁਣੀ। ਠੀਕ ਹੈ ਨਾ, ਦੱਸੋ ਟ੍ਰੇਡਿੰਗ ਅਕਾਊਂਟ 'ਚ ਆਏਗਾ, ਪੀਰੀਅਡ ਅਕਾਊਂਟ 'ਚ ਆਏਗਾ, ਬੈਲੈਂਸ ਸ਼ੀਟ 'ਚ ਆਏਗਾ, ਨਨ ਆਫ ਦਿਸ 'ਚ ਆਏਗਾ। ਡਾਇਰੈਕਟ ਐਕਸਪੈਂਸਿਸ ਹਮੇਸ਼ਾ ਜਿਹੜੇ ਆਉਂਦੇ ਨੇ ਉਹ ਟ੍ਰੇਡਿੰਗ ਅਕਾਊਂਟ 'ਚ ਆਉਂਦੇ ਨੇ, ਟ੍ਰੇਡਿੰਗ ਅਕਾਊਂਟ 'ਚ ਹੀ ਆਉਂਦੇ ਨੇ। ਟ੍ਰੇਡਿੰਗ ਅਕਾਊਂਟ ਕਿਹੜਾ ਕੀ ਹੁੰਦਾ, ਜਿਸ 'ਚ ਆਪਾਂ ਨੇ ਕਿੰਨੀ ਸੇਲ ਕੀਤੀ ਅਤੇ ਉਸ ਵਿੱਚ ਕਿੰਨੇ ਆਪਣੀ ਪਰਚੇਸਿਸ ਹੋਈਆਂ ਅਤੇ ਉਹਦੇ ਉੱਪਰ ਜਿਹੜਾ ਸਿੱਧਾ ਖਰਚਾ ਕਿੰਨਾ ਹੋਇਆ ਅਤੇ ਕਿੰਨਾ ਪਿਛਲਾ ਸਾਲ ਦਾ ਸੀ ਅਤੇ ਕਿੰਨਾ ਇਸ ਸਾਲ ਦਾ ਸੀ, ਉਹਦੀ ਕੈਲਕੂਲੇਸ਼ਨ ਕਰਨੀ, ਉਹਨੂੰ ਕਹਿੰਦੇ ਨੇ ਕੋਸਟ ਆਫ ਗੁੱਡਸ ਸੋਲਡ। ਠੀਕ ਹੈ ਨਾ, ਇਹਦੀ ਐਕਚੁਅਲ 'ਚ ਇਹ ਵੈਲਿਊ ਸੀ ਕੋਸਟ ਆਫ ਗੁੱਡਸ ਸੋਲਡ। ਸੇਲ 'ਚੋਂ ਆਪਾਂ ਉਹ ਜਿੰਨੀ ਉਹਦੀ ਵੈਲਿਊ ਹੋਏਗੀ, ਸੇਲ ਹਮੇਸ਼ਾ ਵੱਧ ਹੋਏਗੀ ਕੋਸਟ ਆਫ ਗੁੱਡਸ ਸੋਲਡ ਤੋਂ, ਤਾਂ ਹੀ ਤਾਂ ਗਰੋਸ ਪ੍ਰੋਫਿਟ ਨਿਕਲੇਗਾ। ਜੇ ਸੇਲ ਘੱਟ ਹੋਏਗੀ, ਕੋਸਟ ਆਫ ਆਪਣੀ ਪਰਚੇਸਿਸ ਦੀ ਵੈਲਿਊ, ਆਪਾਂ ਜਿੰਨਾ ਮਾਲ ਹੈ ਉਸਦੀ ਵੈਲਿਊ ਜ਼ਿਆਦਾ ਹੋਏਗੀ, ਉਹਦੀ ਵੈਲਿਊ ਜ਼ਿਆਦਾ ਹੋਏਗੀ ਸੇਲ ਤੋਂ, ਤਾਂ ਲੋਸ ਆ ਜਾਏਗਾ। ਠੀਕ ਹੈ ਨਾ, ਜ਼ਿਆਦਾਤਰ ਗਰੋਸ ਪ੍ਰੋਫਿਟ ਹੁੰਦਾ ਇਸੇ ਕਰਕੇ ਹੁੰਦਾ ਕਿ ਸੇਲ ਦੀ ਵੈਲਿਊ ਜ਼ਿਆਦਾ ਹੁੰਦੀ ਹੈ ਕੋਸਟ ਆਫ ਗੁੱਡਸ ਸੋਲਡ ਤੋਂ। ਤੁਹਾਡਾ ਤੁਹਾਨੂੰ ਕਿੰਨਾ ਮਾਲ ਖਰੀਦਿਆ ਸੀ ਐਕਚੁਅਲ 'ਚ, ਮਤਲਬ ਐਕਚੁਅਲ 'ਚ ਕਿਵੇਂ, ਮਤਲਬ ਸਿੱਧੇ ਖਰਚੇ ਕਰਕੇ ਅਤੇ ਇਸ ਸਾਲ ਦਾ ਮਾਈਨਸ ਕਰਕੇ ਅਤੇ ਓਪਨਿੰਗ ਦਾ ਪਿਛਲੇ ਸਾਲ ਦਾ ਐਡ ਕਰਕੇ। ਠੀਕ ਹੈ ਨਾ, ਤਾਂ ਉਹਦੇ ਵਿੱਚ ਆਉਂਦੇ ਡਾਇਰੈਕਟ ਐਕਸਪੈਂਸਿਸ ਟ੍ਰੇਡਿੰਗ ਅਕਾਊਂਟ ਵਿੱਚ। ਇਹ ਅੱਗੇ ਜਿਹੜਾ ਕੁਐਸਚਨ ਆਏਗਾ ਉਹ 'ਚ ਤੁਹਾਨੂੰ ਬਿਲਕੁਲ ਸਮਝ ਆ ਜਾਏਗਾ, ਦੋਨੋਂ ਚੀਜ਼ਾਂ ਸਮਝ ਆ ਜਾਣਗੀਆਂ। ਕਲੋਜ਼ਿੰਗ ਸਟਾਕ ਵੀ ਸਮਝ ਆਏਗਾ ਜਿਹੜਾ ਉੱਪਰਲਾ ਆਪਾਂ MCQ ਕੀਤਾ, ਅਤੇ ਟ੍ਰੇਡਿੰਗ ਅਕਾਊਂਟ ਵੀ ਸਮਝ ਆ ਜਾਏਗਾ, ਡਾਇਰੈਕਟ ਐਕਸਪੈਂਸਿਸ ਵੀ ਸਮਝ ਆ ਜਾਏਗਾ, ਸੋਰੀ। ਠੀਕ ਹੈ ਨਾ ਫਰੈਂਡਸ, ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੇਨ ਕੋਸਿਸ ਆਫ ਡੈਪਰੀਸ਼ਨ। ਇਹਨਾਂ 'ਚੋਂ ਕਿਹੜੇ ਮੇਨ ਕੋਸਿਸ ਹੈ, ਮਤਲਬ ਮੇਨ ਕਾਰਨ ਹੈ, ਦੱਸੋ।
ਵੀਰ ਐਂਡ ਟੀਅਰ ਹੋਏਗਾ, ਇਕਨੋमिक फैक्टर्स होएगा, टाइम फैक्टर्स होएगा, ऑल ऑफ द अबव होएगा। दसो या टाइम फैक्टर होएगा, इकनोमिक फैक्टर होएगा, वीर एंड टीयर होएगा। दसो ये होएगा डी, ऑल ऑफ द अबव। तिन्नों चो कोई भी कारण हो सकता। मेन कोशिश है, मेन तीनों हो सकते हैं, कोई भी हो सकता है। ठीक है, इकनोमिक फैक्टर्स भी हो सकता है, टाइम फैक्टर्स भी हो सकता है, वी एंड टीयर भी हो सकता है। ठीक है फ्रेंड्स, अगला क्वेश्चन है कोस्ट ऑफ गुड्स सोल्ड। इसकी मैं गल कर रहा था, इस आप डायरैक्ट एक्सपेंस भी देख लाँगे तो क्लोजिंग स्टॉक बारे भी गल कर लाँगे। कोस्ट ऑफ गुड्स सोल्ड कह रहा है कि कोस्ट ऑफ गुड्स सोल्ड की होंगे, मतलब कि किस तरह आप कैलकुलेट करते हैं। सेल माइनस जीपी करांगे, बिल्कुल नहीं। ठीक है ना, ओपनिंग स्टॉक प्लस नेट परचेजेस प्लस डायरेक्ट एक्सपेंसिस माइनस क्लोजिंग स्टॉक करांगे, बोथ ऑफ दिस करांगे। जो ऊपर माइनस हो गया तो हो ही नहीं सकता, नन ऑफ दिस करांगे, बिल्कुल नहीं। ये होएगा बी ऑप्शन। जिस जो ओपनिंग स्टॉक प्लस होंगे पिछले साल का बकाया जो माल रह गया, जो इस साल खरीदया, नैट परचेसिस क्यों लिखा, ये जो परचेसिस रिटर्न माइनस किए आपने, प्लस डायरेक्ट एक्सपेंसिस किए हैं। डायरेक्ट एक्सपेंसिस किए हैं, सीधे खर्चे होए जिसके उपर, उन्होंने कहते डायरेक्ट एक्सपेंसिस। वो हमेशा ट्रेडिंग अकाउंट दिखाई देना, इनू ट्रेडिंग अकाउंट के अंडर आता है। ट्रेडिंग अकाउंट कोस्ट ऑफ गुड्स सोल्ड तो सेल आती है, सेल जी क्रेडिट साइड की आती है, कोस्ट ऑफ गुड्स सोल्ड डेबिट साइड की आती है। इनू सारिਆਂ ਨੂੰ ही कोस्ट ऑफ गुड्स सोल्ड कहते हैं। जो उपर पूछिया ओपनिंग प्लस नैट परचेसिस प्लस डायरेक्ट एक्सपेंसिस माइनस क्लोजिंग स्टॉक, जो अमाउंट आती है वो एक्चुअल च परचेसिस की वैल्यू होंगी है कि इन्ने माल, मेरे इन्ने माल की ये वैल्यू है, तो उस चो मैंने मेरी जिन्नी सेल हुई, सेल जिन्नी हुई मेरी सेल हमेशा वध होंगी है। जिसके करके जो आप सेल चों कोस्ट ऑफ गुड्स सोल्ड माइनस करते हैं, सेल चों कोस्ट ऑफ गुड्स सोल्ड माइनस करते हैं, ताई ग्रोस प्रॉफिट निकलता है। ठीक है ना, ठीक है ना, तो वही ग्रोस प्रॉफिट निकल, वही पी एल एन अकाउंट क्रेडिट साइड पर दिखाने आप, इनकम वाली साइड पर। तो उरे किहड़ा ऑप्शन आ जाएगा, बी। ओपनिंग फॉर्मूला तुसीं याद कर लो, प्लस नैट परचेसिस प्लस डायरेक्ट एक्सपेंसिस माइनस क्लोजिंग स्टॉक। जो तुम याद भी नहीं करना, तुम समझ लो कि पिछले साल का बकाया जो माल से वो इस साल माइनस थोड़ा करोगे, उन्होंने प्लस ही करोगे। जो इस साल खरीदे, ठीक है ना, वो भी नाल लोगे। ये उपर जो सीधे खर्चे हुए हैं उन्होंने भी प्लस करोगे, तो जो इस साल का बच गया माल उन्होंने माइनस कर दोगे। ठीक है ना, पिछले साल सपोज करो 20 रुपये से, इस साल के अपने 30 रुपये नैट परचेसिस से, तो ये कितना हो गया, डायरेक्ट एक्सपेंसिस हो गए 10 रुपये, 30 40 50 60 60 हो गए, 60 हो गए। तो बकाया कितना बच गया, क्लोजिंग स्टॉक जिन्ना बच गया, सपोज 10 बच गया, तो कितना आ गया, 50 रुपये आ गया, 50 रुपये आ गया। 50 जी हुई कोस्ट ऑफ गुड्स सोल्ड की वैल्यू हुई, इन्हें मेरे माल की वैल्यू हुई। ठीक है, मेरी सेल कितनी हुई, मेरी सेल हुई 100 रुपये, 100 चो 50 माइनस कराँगा, 50 रुपये मेरा ग्रोस प्रॉफिट आ गया। हले चो मैंने इंडायरेक्ट एक्सपेंसिस माइनस करने हैं, वो मैं पी एल एन अकाउंट चो माइनस कराँगा, एक्सपेंसिस ग्रोस प्रॉफिट चो एक्सपेंसिस माइनस कराँगा, तो मेरा नैट प्रॉफिट आ जाएगा। ठीक है फ्रेंड्स, तो मेरा बी ऑप्शन आ जाएगा। अगला क्वेश्चन है इंडायरेक्ट एक्सपेंसिस कम्स इन। इंडायरेक्ट एक्सपेंसिस आप किस विच आउंदे ने, ट्रेडिंग अकाउंट आउंदे ने, पी एल एन अकाउंट आउंदे ने, बैलेंस शीट आउंदे ने, या नन आएगा। ये तुहानूं पिछे समझा के हटिया मैं। ये आऊगा पी एल एन अकाउंट। ठीक है ना फ्रेंड्स, पी एल एन अकाउंट च आप एक्सपेंसिस जोड़े होंगे ने हमेशा इंडायरैक्ट होंगे ने। डायरैक्ट तो आप उपर ट्रेडिंग चला आए, एक्सपेंसिस होंगे ने। उरे आ जाता ग्रोस प्रॉफिट। ग्रोस प्रॉफिट किमें आया, सेल माइनस कोस्ट ऑफ गुड्स सोल्ड। जिन्नी अमाउंट आई ग्रोस प्रॉफिट की, उचों एक्सपेंसिस माइनस किए, तो ये नैट प्रॉफिट आ गया, प्रॉफिट आ गया। ठीक है, तो पी एल एन अकाउंट बी ऑप्शन। अगला क्वेश्चन है ऑल इनकम्स आर अपीयर इन। सारे इनकम्स कितने अपीयर होंगी है, डेबिट साइड ऑफ पी एल एन अकाउंट, क्रेडिट साइड ऑफ पी एल एन अकाउंट, बोथ ऑफ दिस, नन। दसो, हाले उपर ही पढ़ा के आए, तुहानूं समझ आ गया। जो क्रेडिट डेबिट साइड किमें हो जाएंगे, डेबिट साइड एक्सपेंसिस पैंदी है, ये क्वेश्चन ये तो ऑप्शन उमें ही गलत हो गया, सॉरी। तो क्रेडिट साइड हो सकता है, बोथ ऑफ दिस तो हो नहीं सकता। ठीक है ना, या नन ऑफ दिस आएगा या क्रेडिट साइड आएगा। दसो किहड़ा आएगा, ये आएगा क्रेडिट साइड ऑफ द पी एल एन अकाउंट। इनकम साइड है क्रेडिट साइड दी आएगा। नॉमिनल अकाउंट की क्रेडिट और इनकम एंड गेन्स वही आप अकाउंट से दिखा रहे हैं। पी एल एन अकाउंट क्रेडिट आप सारी इनकम्स आती है, भावें डिस्काउंट अलाउड होया फ्रॉम क्रेडिटर तो वह भी उत्थे आ जाएगा। ठीक है ना, भावें ग्रोस प्रॉफिट है वो तो अपन ट्रेडिंग अकाउंट तो ट्रांसफर ही होएगा। ठीक है ना, वो उधर आ जाएगा। ठीक है फ्रेंड्स, अगला है नॉमिनल अकाउंट रिलेट टू। नॉमिनल अकाउंट किहदे नाल रिलेट करते हैं आप, एसेट्स नाल, लाइबिलिटी नाल, कस्टमर्स नाल, एक्सपेंसिस एंड इनकम्स नाल। दसो,
ਨੋਮੀਨਲ ਅਕਾਊਂਟ ਹਮੇਸ਼ਾ ਐਕਸਪੈਂਸਿਸ ਐਂਡ ਇਨਕਮਸ ਨਾਲ ਹੀ ਰਿਲੇਟ ਹੁੰਦਾ ਹੈ। ਠੀਕ ਹੈ ਫਰੈਂਡਸ, ਤੁਹਾਨੂੰ ਰੂਲ ਦੱਸਿਆ ਸੀ ਨਾ, ਡੈਬਿਟ ਔਰ ਐਕਸਪੈਂਸਿਸ ਐਂਡ ਲੋਸਿਸ, ਕ੍ਰੈਡਿਟ ਔਰ ਇਨਕਮਸ ਐਂਡ ਗੇਨਸ, ਤਾਂ ਡੀ ਆਪਸ਼ਨ ਲੱਗ ਜਾਏਗਾ। ਅਗਲਾ ਕੁਐਸਚਨ ਹੈ, ਇਹ ਨੰਬਰਿੰਗ ਤੇ ਨਾ ਜਾਇਓ, ਇਹਨਾਂ ਨੂੰ ਇਗਨੋਰ ਕਰਿਓ। ਠੀਕ ਹੈ, ਕੋਸਟ ਐਸਿਡ ਆਪਾਂ ਉਹ ਡੈਪਰੇਸ਼ਨ ਲਾ ਰਹੇ ਹਾਂ। ਠੀਕ ਹੈ, ਸਟੇਟਮੈਂਟ ਮੈਥਡ ਇਹ ਸਿੰਪਲ ਹੈ, ਕੋਈ ਮੈਥਡ ਸਿੰਪਲ ਲਾ ਰਹੇ ਹਾਂ ਆਪਾਂ, ਮਤਲਬ ਕਿ ਸਿੱਧਾ ਸਿੰਪਲ ਆਪਾਂ ਵੈਲਿਊ ਲਾ ਰਹੇ ਹਾਂ ਆਪਾਂ, ਤਾਂ ਸਿੰਪਲ ਜੇ ਆਪਾਂ ਡੈਪਰੇਸ਼ਨ ਕੱਢਣੀ ਹੋਵੇ। ਠੀਕ ਹੈ, ਸਿੰਪਲ ਜਿਹੀ ਡੈਪਰੇਸ਼ਨ ਕੱਢਾਂਗੇ ਆਪਾਂ, ਐਸਟੀਮੇਟਡ ਵਿੱਚ ਕੋਈ ਉਹਦੀ ਨਹੀਂ ਗੱਲ ਕੀਤੀ, ਕੋਈ ਪਰਸੈਂਟੇਜ ਦੀ ਗੱਲ ਨਹੀਂ ਕੀਤੀ, ਕੋਈ ਮੈਥਡ ਦੀ ਨਹੀਂ, ਨੋਰਮਲ ਦੀ ਗੱਲ ਕੀਤੀ ਹੈ। ਐਸਿਡ ਕੀ ਹੈ ਕੋਸਟ ਦੀ 10,000। ਠੀਕ ਹੈ, ਇਸਟੈਬਲਿਸ਼ਮੈਂਟ ਚਾਰजेस ਕੀ ਹੈ 5,000। ਐਸਿਡ ਲਾਈਫ ਕੀ ਹੈ 10,000, ਉਹ 10 ਈਅਰਸ ਮਤਲਬ ਕਿ 10 ਈਅਰਸ ਆਪਾਂ ਨੇ ਲਾਈਫ ਲਾਈ ਹੈ 10 ਸਾਲ ਦੀ। ਠੀਕ ਹੈ, 10 ਸਾਲ ਦੀ ਲਾਈਫ ਲਾਈ ਹੈ, ਮਤਲਬ ਕਿ ਇਹ ਜਿਹੜਾ ਇਹ 'ਚ ਆਪਾਂ ਸਿੰਪਲ ਕੈਲਕੂਲੇਟ ਕਰਾਂਗੇ 10,000। ਠੀਕ ਹੈ, 5,000 ਕਿੰਨਾ ਆ ਗਿਆ 15,000। ਇਹ 'ਚ ਰੈਜ਼ੀਡੂਅਲ ਵੈਲਿਊ ਦਿੱਤੀ ਨਹੀਂ, 10 ਨਾਲ ਡਿਵਾਈਡ ਕਰ ਦਾਂਗੇ, ਕੱਟਾਂਗੇ 1,500 ਰੁਪਏ ਸਾਡੀ ਡੈਪਰੀਸ਼ਨ ਆ ਜਾਏਗੀ। ਠੀਕ ਹੈ, ਉਸ ਸਾਲ ਦੀ। ਫਿਰ ਸਿੰਪਲ ਫਾਰਮੂਲਾ ਲਾਵਾਂਗੇ ਆਪਾਂ। ਠੀਕ ਹੈ, ਅਗਲਾ ਕੁਐਸਚਨ ਹੈ, ਐਸਿਡ ਹੈਵ ਡੈਸ਼ ਬੈਲੈਂਸ, ਡੈਬਿਟ ਕ੍ਰੈਡਿਟ ਬੋਥ ਨਨ। ਦੱਸੋ ਕਿਹੜਾ ਬੈਲੈਂਸ ਆਏਗਾ? ਇਹ ਹਮੇਸ਼ਾ ਆਏਗਾ ਡੈਬਿਟ ਬੈਲੈਂਸ। ਡੈਬਿਟ ਕਿਉਂ ਆਏਗਾ? ਰੀਅਲ ਅਕਾਊਂਟ ਕੀ ਕਹਿੰਦਾ? ਡੈਬਿਟ ਵਰਡਸ ਕਮਸ ਇਨ। ਜੋ ਸਾਡੇ ਕੋਲ ਡੈਬਿਟ ਐਸਿਡ ਹੈ ਉਹ ਡੈਬਿਟ ਵਰਡਸ ਕਮਸ ਇਨ, ਹਮੇਸ਼ਾ ਡੈਬਿਟ ਬੈਲੈਂਸ ਹੁੰਦਾ, ਹਮੇਸ਼ਾ ਫੇਵਰੇਬਲ ਬੈਲੈਂਸ ਹੁੰਦਾ। ਠੀਕ ਹੈ ਨਾ, ਕੋਈ ਵੀ ਐਸਿਡ ਹੈ, ਤੁਸੀਂ ਸਪੋਜ਼ ਕਰੋ ਪਲਾਂਟ ਐਂਡ ਮਸ਼ੀਨਰੀ ਹੈ, ਪਲਾਂਟ ਐਂਡ ਮਸ਼ੀਨਰੀ ਖਰੀਦੀ ਤੁਹਾਨੂੰ, ਮਸ਼ੀਨਰੀ ਖਰੀਦੀ, ਤੁਸੀਂ ਐਂਟਰੀ ਪਾ ਕੇ ਦੇਖ ਲਓ, ਅਕਾਊਂਟ ਡੈਬਿਟ ਹੀ ਹੋਏਗਾ। ਪਲਾਂਟ ਮਸ਼ੀਨ ਸਾਡੇ ਕੋਲ ਆਈ ਹੈ, ਜੇ ਸਾਡੇ ਕੋਲ ਆਈ ਹੈ ਤਾਂ 2 ਕੈਸ਼ ਹੋਏਗਾ, ਅਤੇ ਜਦੋਂ ਆਪਾਂ ਇਸਦਾ ਲੈਜਰ ਬਣਾਵਾਂਗੇ ਪਲਾਂਟ ਐਂਡ ਮਸ਼ੀਨਰੀ ਦਾ, ਠੀਕ ਹੈ, ਇਹ ਡੈਬਿਟ ਹੈ, ਇਹ ਕ੍ਰੈਡਿਟ ਹੈ। ਪਲਾਂਟ ਐਂਡ ਮਸ਼ੀਨਰੀ ਉਰੇ ਆਪਾਂ ਪਲਾਂਟ ਐਂਡ ਮਸ਼ੀਨਰੀ ਪਹਿਲੀ ਡੈਬਿਟ ਸਾਈਡ 'ਤੇ ਹੈ ਤਾਂ ਕੈਸ਼ ਪਾ ਦਾਂਗੇ, ਤਾਂ ਇੰਨੀ ਅਮਾਊਂਟ ਆਈ ਹੈ ਆਪਣਾ, ਸੋਰੀ ਉਰੇ ਕੈਸ਼ ਪਾ ਦਾਂਗੇ, ਮੈਂ ਉਰੇ ਕੈਸ਼ ਪਾ ਦਾਂਗੇ ਉਰੇ। ਠੀਕ ਹੈ, ਅਤੇ 2 ਕੈਸ਼ ਅਕਾਊਂਟ ਜਿਹਦੇ ਨਾਲ ਉਹਦਾ ਰਿਲੇਸ਼ਨ ਹੈ ਦਿਖਾ ਦਾਂਗੇ। ਇਹਦਾ ਮਤਲਬ ਇਹਦੀ ਨਹੀਂ ਵੈਲਿਊ ਹੈ, ਫੇਵਰੇਬਲ ਬੈਲੈਂਸ ਹੋ ਜਾਏਗਾ। ਜੇ ਉਰੇ ਕੁਛ ਨਹੀਂ ਹੈ ਤਾਂ ਕੈਰੀ ਡਾਊਨ ਕਰਕੇ ਇਨ ਟੋਟਲ ਕਰਵਾ ਲਾਂਗੇ, ਅਤੇ ਇਹ ਟ੍ਰਾਂਸਫਰ ਹੋ ਕੇ ਬਰੋ ਡਾਊਨ ਹੋ ਜਾਏਗਾ। ਜਿਹੜਾ ਬਰੋ ਡਾਊਨ ਅਮਾਊਂਟ ਆਈ ਹੈ ਉਹਨੂੰ ਹੀ ਡੈਬਿਟ ਬੈਲੈਂਸ ਕਹਿੰਦੇ, ਕਿਉਂਕਿ ਡੈਬਿਟ ਸਾਈਡ 'ਤੇ ਹੈ। ਠੀਕ ਹੈ ਨਾ ਫਰੈਂਡਸ, ਅਗਲਾ ਕੁਐਸਚਨ ਹੈ, ਲਾਇਬਿਲਿਟੀਜ਼ ਹੈਵ ਡੈਸ਼ ਬੈਲੈਂਸ, ਡੈਬਿਟ ਕ੍ਰੈਡਿਟ ਬੋਥ ਐਂਡ ਨਨ। ਇਹ ਆਏਗਾ ਕ੍ਰੈਡਿਟ ਬੈਲੈਂਸ। ਠੀਕ ਹੈ ਫਰੈਂਡਸ, ਐਸਿਡ ਦਾ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ ਹੈ, ਲਾਇਬਿਲਿਟੀਜ਼ ਦਾ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ ਹੈ। ਅਗਲਾ ਕੁਐਸਚਨ ਹੈ, ਕ੍ਰੈਡਿਟ ਨੋਟ ਇਜ਼ ਪ੍ਰੀਪੇਅਰਡ ਇਨ ਕੇਸ ਆਫ। ਕ੍ਰੈਡਿਟ ਨੋਟ ਆਪਾਂ ਕਿਹਦੇ ਲਈ ਪ੍ਰੀਪੇਅਰ ਕਰਦੇ ਹਾਂ? ਆਪਾਂ ਸੇਲ ਰਿਟਰਨ ਲਈ, ਪਰਚੇਸ ਰਿਟਰਨ ਲਈ, ਕੈਸ਼ ਸੇਲ ਲਈ, ਕ੍ਰੈਡਿਟ ਸੇਲ ਲਈ। ਜਦੋਂ ਤੁਹਾਨੂੰ ਮੈਂ ਬੁੱਕਸ ਕਰਾਈਆਂ ਸੀ, ਸਬਸਿਡੀ ਬੁੱਕਸ ਉਦੋਂ ਕਰਾਇਆ ਸੀ, ਇਹ ਹਮੇਸ਼ਾ ਆਪਾਂ ਸੇਲ ਰਿਟਰਨ ਲਈ ਕਰਦੇ ਹਾਂ। ਠੀਕ ਹੈ ਫਰੈਂਡਸ, ਉਦੋਂ ਕ੍ਰੈਡਿਟ ਨੋਟ ਸੇਲ ਜਿਹੜਾ ਓਨਰ ਹੁੰਦਾ ਜਿਹਨੇ ਸੇਲ ਕੀਤੀ ਹੁੰਦੀ ਉਹ ਕ੍ਰੈਡਿਟ ਨੋਟ ਦਿੰਦਾ। ਠੀਕ ਹੈ ਨਾ ਫਰੈਂਡਸ, ਅਗਲਾ ਬਸ ਅੱਜ ਇੰਨੇ ਹੀ ਕੁਐਸਚਨ ਸੀ। ਅਤੇ ਤੁਹਾਨੂੰ ਮੇਰੇ ਲੈਕਚਰ ਜੇ ਮੇਰੇ ਪੜ੍ਹਾਉਂਦੇ ਹੋਏ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਈ ਹੋਵੇ ਤਾਂ ਮੇਰੇ ਵੱਲੋਂ ਮਾਫੀ। ਬਾਕੀ ਜੇ ਤੁਹਾਨੂੰ ਲੈਕਚਰ ਚੰਗਾ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਉਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਜੇ ਤੁਹਾਨੂੰ ਕੋਈ ਸਮਝ 'ਚ ਨਾ ਆਈ ਹੋਵੇ ਤਾਂ ਜੇ ਤੁਹਾਨੂੰ ਅੱਛਾ ਵੀ ਲੱਗਿਆ ਹੋਵੇ ਤਾਂ ਇਹਨੂੰ ਜ਼ਰੂਰ ਸ਼ੇਅਰ ਕਰਿਓ। ਬਸ ਤੁਹਾਨੂੰ ਸ਼ੇਅਰ ਕਰਨਾ ਹੈ, ਇਹ ਤੁਹਾਡੀ ਡਿਊਟੀ ਹੈ। ਠੀਕ ਹੈ ਨਾ, ਤੁਸੀਂ ਸ਼ੇਅਰ ਕਰਿਓ। ਆਉਣ ਵਾਲੇ ਲੈਕਚਰਸ ਆਪਾਂ ਟੌਪਿਕਸ ਕੰਟੀਨਿਊ ਕਰਾਂਗੇ, ਨਾਲ ਵਿੱਚ ਜਿਹੜੇ 10 ਕੁ MCQs ਕਰਦੇ ਉਹ ਤਾਂ ਕਰਾਂਗੇ ਹੀ ਕਰਾਂਗੇ। ਠੀਕ ਹੈ ਨਾ ਫਰੈਂਡਸ, ਤਾਂ ਥੈਂਕ ਯੂ।